ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ। ਸੇਵਕ ਸੇਵ ਕਰੈ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਸੇਵਕ ਸੇਵ ਕਰੈ ਸਭ ਤੇਰੀ, ਜਿਨ ਸਬਦੈ ਸਾਧ ਆਇਆ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਅਨ ਦਿਨ ਗੁਣ ਗਾਵੈ ਨਿਤ ਸਾਚੇ, ਗੁਰ ਕੈ ਸ਼ਬਦ ਸੁਹਾਇਆ। ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ, ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ। ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ, ਸਬਦੇ ਹਉਮੈ ਮਾਰੀ। ਗਿਰਹੀ ਮਹਿ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਸਤਿਗੁਰ ਸੇਵਾ ਸਦਾ ਸੁਖ ਪਾਇਆ, ਹਰ ਰਾਖਿਆ ਉਰ ਧਾਰੀ। ਇਹੋ ਮਨੁਆ ਦਹਿ ਦਿਸ ਧਾਮਨ ਦਾ, ਦੂਜੈ ਭਾਏ ਖੁਆਇਆ। ਮਨਮੁਖ ਮੁਗਧ ਹਰ ਨਾਮ ਨਾ ਚੇਤੈ, ਬਿਰਥਾ ਜਨਮ ਗਵਾਇਆ। ਸਤਿਗੁਰ ਭੇਟੇ ਤਾਂ ਨਾਉ ਪਾਏ, ਹਉਮੈ ਮੋਹ ਚੁਕਾਇਆ। ਹਰ ਜਨ ਸਾਚੇ ਸਾਚ ਕਮਾਵੈ, ਗੁਰ ਕਾ ਸ਼ਬਦ ਵਿਚਾਰੀਏ। ਆਪੇ ਮੇਲ ਲਏ ਪ੍ਰਭ ਸਾਚੈ, ਸਾਚ ਰਖਿਆ ਉਰ ਧਾਰੀ।
ਨਾਨਕ ਨਾਮੋਂ ਗਤ ਮਤ ਪਾਈ ਏਹਾ ਰਾਸ ਹਮਾਰੇ ਹਰ ਜਨ ਸਾਚੇ ਸਾਚ ਕਮਾਵੈ ਗੁਰ ਕਾ ਸ਼ਬਦ ਵਿਚਾਰੇ ਆਪੇ ਮੇਲ ਲਏ ਪ੍ਰਭ ਸਾਚੈ ਸਾਚ ਰਖਿਆ ਉਰ ਧਾਰੀ ਨਾਨਕ ਨਾਮੋਂ ਗਤ ਮਤ ਪਾਈ ਏਹਾ ਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਘਰ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੇਵਕ ਸੇਵ ਕਰੈ ਸਭ ਤੇਰੀ ਜਿਨ ਸਬਦੈ ਸਾਧ ਆਇਆ ਗੁਰ ਕਿਰਪਾ ਤੇ ਨਿਰਮਲ ਹੋਆ ਜਿਨ ਵਿੱਚੋਂ ਆਪ ਗਵਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਅੱਜ ਦੇ ਪਵਿੱਤਰ ਮਹਾਫਰਮਾਨ ਸੋਰਠ ਰਾਗ ਦੇ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਦੀ ਮੁਬਾਰਕ ਪਵਿੱਤਰ ਬਾਣੀ ਜੋ ਹੁਕਮਨਾਮਾ ਸਾਹਿਬ ਰੂਪ ਦੇ ਵਿੱਚ ਬਖਸ਼ਿਸ਼ ਹੋਈ ਹੈ, ਇਸ ਪਵਿੱਤਰ ਬਾਣੀ ਨੂੰ ਗਾਇਨਾ ਵਿਧੀ ਸੋਰਠ ਦੇ ਮੁਤਾਬਕ ਗਾਇਨ ਦੀ ਹਿਦਾਇਤ ਹੈ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੁਭ ਅੰਗ 599 ਔਰ 600 ਪਰ ਅੱਜ ਦੇ ਹੁਕਮਨਾਮਾ ਸਾਹਿਬ ਜੀ ਸੁਭਾਇਮਾਨ ਨੇ ਬਿਰਾਜਮਾਨ ਨੇ। ਇੱਕ ਓਂਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਪਰਮਾਤਮਾ ਅੱਲਾਹ ਖੁਦਾ ਭਗਵਾਨ ਰੱਬ ਕੇਵਲ ਇੱਕ ਹੈ, ਲੇਕਿਨ ਉਸ ਦੀ ਪ੍ਰਾਪਤੀ ਦਾ ਇੱਕ ਤਰੀਕਾ ਹੈ ਔਰ ਉਹ ਹੈ ਗੁਰ ਪ੍ਰਸਾਦ ਗੁਰੂ ਦੀ ਕਿਰਪਾ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਇੱਕ ਸਵਾਦ ਦੀ ਗੱਲ ਕੀਤੀ ਹੈ ਜਿਸ ਨੂੰ ਪਾਤਸ਼ਾਹ ਸਾਧ ਕਹਿੰਦੇ ਨੇ। ਸਾਧ ਦਾ ਅਰਥ ਹੈ ਸਵਾਦ। ਮਨੁੱਖ ਹਰ ਉਹ ਚੀਜ਼ ਖਾਣੀ ਚਾਹੁੰਦਾ ਜਿਹੜੀ ਉਸ ਨੂੰ ਸਵਾਦ ਲੱਗਦੀ ਹੈ। ਬੇਸਵਾਦੀ ਚੀਜ਼ ਮਨੁੱਖ ਨਹੀਂ ਖਾਣਾ ਚਾਹੁੰਦਾ, ਲੇਕਿਨ ਮਨੁੱਖ ਦੀ ਫਿਤਰਤ ਅਲੱਗ-ਅਲੱਗ ਹੈ। ਇਸ ਕਰਕੇ ਹੋ ਸਕਦਾ ਹੈ ਕੋਈ ਐਸੀ ਚੀਜ਼ ਜਿਹੜੀ ਇੱਕ ਮਨੁੱਖ ਨੂੰ ਤਾਂ ਸਵਾਦ ਲੱਗਦੀ ਹੈ, ਇੱਕ ਨੂੰ ਉਹੀ ਚੀਜ਼ ਸਵਾਦ ਨਹੀਂ ਲੱਗਦੀ। ਐਸਾ ਵੀ ਹੋ ਸਕਦਾ ਹੈ ਔਰ ਐਸਾ ਵੀ ਹੁੰਦਾ ਹੈ ਕਿ ਇੱਕ ਨੂੰ ਉਹ ਚੀਜ਼ ਹਜ਼ਮ ਹੁੰਦੀ ਹੈ, ਇੱਕ ਨੂੰ ਉਹ ਹਜ਼ਮ ਨਹੀਂ ਹੁੰਦੀ। ਜਿਵੇਂ ਇੱਕ ਕਹਾਵਤ ਸਾਡੀ ਬਣੀ ਹੈ, ਕਿਸੇ ਨੂੰ ਮਾਂ ਸਵਾਦੀ ਕਿਸੇ ਨੂੰ ਮਾਂ ਬਾਦੀ। ਅਸਲ ਦੇ ਵਿੱਚ ਮਾਂ ਬਾਦੀ ਦੋਨਾਂ ਦੇ ਲਈ ਹੈ ਔਰ ਸਵਾਦੀ ਵੀ ਦੋਨਾਂ ਦੇ ਲਈ ਹੈ, ਲੇਕਿਨ ਜਿਸ ਨੇ ਸਵਾਦ ਦੇ ਨਾਲ ਖਾਧਾ, ਜਿਹੜਾ ਇਸ ਨੂੰ ਪਚਾ ਗਿਆ, ਉਹਦੇ ਲਈ ਠੀਕ। ਦੂਸਰੇ ਨੂੰ ਸਵਾਦ ਤਾਂ ਲੱਗਦਾ ਪਰ ਬਾਦੀ ਕਿਉਂ ਹੈ? ਕਿਉਂਕਿ ਉਸ ਨੂੰ ਪਚਾ ਨਹੀਂ ਸਕਦਾ, ਇਸ ਕਰਕੇ ਸਵਾਦੀ ਹੁੰਦਿਆਂ ਹੋਇਆਂ ਵੀ ਉਹ ਖਾ ਨਹੀਂ ਸਕਦਾ। ਤਾਂ ਸਤਿਗੁਰਾਂ ਨੇ ਬਿਲਕੁਲ ਠੀਕ ਉਹੀ ਆਤਮਕ ਅਵਸਥਾ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਮਨਮੁਖ ਔਰ ਗੁਰਮੁਖ ਦੀ ਦੱਸੀ ਹੈ। ਗੁਰਮੁਖ ਨੂੰ ਸਵਾਦ ਆਉਂਦਾ ਸ਼ਬਦ ਦੇ ਵਿੱਚੋਂ, ਮਨਮੁਖ ਉਸ ਸ਼ਬਦ ਦਾ ਸਵਾਦ ਨਹੀਂ ਲੈ ਸਕਦਾ, ਕਿਉਂਕਿ ਅਗਰ ਮਨਮੁਖ ਨੂੰ ਸਵਾਦ ਲੈਣ ਦੀ ਜਾਚ ਆ ਜਾਵੇ ਤਾਂ ਫਿਰ ਮਨਮੁਖ ਮਨਮੁਖ ਨਹੀਂ ਰਹੇਗਾ ਔਰ ਜਿੰਨੀ ਦੇਰ ਤੱਕ ਮਨਮੁਖ ਗੁਰਮੁਖ ਨਹੀਂ ਹੁੰਦਾ ਉਨੀ ਦੇਰ ਤੱਕ ਉਸ ਨੂੰ ਸਮਝ ਨਹੀਂ ਲੱਗੇਗੀ, ਉਹ ਬਹਿਸਬਾਜ਼ੀਆਂ ਦੇ ਵਿੱਚ ਹੀ ਪਿਆ ਰਹੇਗਾ। ਤਾਂ ਸਤਿਗੁਰ ਨੇ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਜਿਹੜੀ ਪਹਿਲੀ ਮੁਬਾਰਕ ਪੰਕਤੀ ਦੇ ਵਿੱਚ ਸ਼ਬਦ ਦੇ ਸਵਾਦ ਦੀ ਗੱਲ ਕੀਤੀ ਹੈ, ਉਸ ਸ਼ਬਦ ਦਾ ਸਵਾਦ ਕਿਸ ਨੂੰ ਆਵੇਗਾ? ਸੇਵਕ ਨੂੰ। ਕਿਹੜਾ ਸੇਵਕ? ਸੇਵਕ ਸੇਵ ਕਰੇ ਸਭ ਤੇਰੀ। ਜਿਹੜੇ ਸੇਵਕ ਹੋ ਕੇ, ਇਹ ਸਾਰੇ ਸੇਵਕ ਤੇਰੀ ਸੇਵਾ ਕਰਦੇ ਨੇ, ਕਿਉਂਕਿ ਇਹ ਸੇਵਕ ਹੋਏ ਹੀ ਇਸ ਕਰਕੇ ਨੇ ਕਿਉਂਕਿ ਇਹ ਤੇਰੀ ਸੇਵਾ ਕਰ ਰਹੇ ਨੇ। ਜ਼ਾਹਿਰ ਤੌਰ ਉੱਪਰ ਕੋਈ ਦੁਨਿਆਵੀ ਤੌਰ ਪਰ ਸਾਧਾਂ ਦੀ ਸੇਵਾ ਕਰ ਰਹੇ, ਕੋਈ ਦੁਨਿਆਵੀ ਤੌਰ ਪਰ ਪਖੰਡੀਆਂ ਦੀ ਸੇਵਾ ਕਰ ਰਹੇ, ਲੇਕਿਨ ਕੋਈ ਉਹਨਾਂ ਦੀ ਸੇਵਾ ਵੀ ਕਰ ਰਿਹਾ ਜਿਨ੍ਹਾਂ ਦੀ ਸੇਵਾ ਹੋਰ ਕੋਈ ਨਹੀਂ ਕਰਦਾ। ਐਸਾ ਸਤਿਗੁਰਾਂ ਨੇ ਕੀਤਾ। ਜਿਨ੍ਹਾਂ ਕੋੜੀਆਂ ਨੂੰ ਲੋਕ ਆਪਣੇ ਘਰਾਂ ਦੇ ਵਿੱਚੋਂ ਬਾਹਰ ਕੱਢ ਦਿੰਦੇ ਸਨ, ਸਤਿਗੁਰਾਂ ਨੇ ਉਹਨਾਂ ਦੇ ਲਈ ਘਰ ਬਣਾ ਦਿੱਤੇ, ਉਹਨਾਂ ਦੀ ਸੇਵਾ ਕੀਤੀ। ਜੇ ਕਾਲ ਪੈ ਗਏ, ਜੇ ਪਲੇਗ ਫੈਲ ਗਈ, ਲਾਸ਼ਾਂ ਚੁੱਕਣ ਵਾਲਾ ਕੋਈ ਨਹੀਂ ਸੀ ਤਾਂ ਸਤਿਗੁਰਾਂ ਨੇ ਆਪ ਜਾ ਜਾ ਕੇ ਲੋਕਾਂ ਦੀਆਂ ਲਾਸ਼ਾਂ ਤੱਕ ਚੁੱਕੀਆਂ। ਐਸਾ ਇਤਿਹਾਸ ਦੇ ਵਿੱਚ ਹੈ, ਕਿਉਂਕਿ ਸੇਵਾ ਦਾ ਸਬਬ ਕੀ ਹੈ ਔਰ ਸੇਵਾ ਦਾ ਕਿਸ ਤਰ੍ਹਾਂ ਦਾ ਤਰੀਕਾ ਅਪਣਾ ਕੇ ਮਨੁੱਖ ਇਸ ਸਬਬ ਨੂੰ ਖੱਟ ਸਕਦਾ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸੇਵਾ ਕਰਨ ਵਾਲਾ
ਜੇ ਇਸ ਪੱਖੋਂ ਸੇਵਾ ਕਰ ਰਿਹਾ ਕਿ ਇਸ ਸੇਵਾ ਦੇ ਬਦਲੇ ਮੈਨੂੰ ਕੀ ਮਿਲੇਗਾ, ਤਾਂ ਉਸ ਸੇਵਾ ਨੂੰ ਉਹ ਨਿਸ਼ਕਾਮ ਨਹੀਂ ਕਹਿ ਸਕਦਾ। ਅਨਿਆਥਾ ਅੱਜ ਦੀ ਜ਼ਿੰਦਗੀ ਦੇ ਵਿੱਚ ਤਾਂ ਹਰ ਕੋਈ ਉਹ ਕਹਿੰਦਾ ਜੀ ਤੁਹਾਡੀ ਸੇਵਾ ਕਰ ਰਹੇ ਹਾਂ, ਲੇਕਿਨ ਸੇਵਾ ਕਰ ਰਹੇ ਹੋ ਤਾਂ ਫਿਰ ਉਸ ਦੇ ਪਿੱਛੇ ਸਵਾਰਥ ਕਿਉਂ ਹੈ, ਫਿਰ ਉਸ ਦੇ ਪਿੱਛੇ ਭਾਵਨਾ ਕਿਉਂ ਹੈ, ਫਿਰ ਉਸ ਦੇ ਪਿੱਛੇ ਇਹ ਕਿਉਂ ਹੈ ਕਿ ਜਿਹੜੀ ਸੇਵਾ ਮੈਂ ਕੀਤੀ ਹੈ ਇਸ ਦੇ ਬਦਲੇ ਮੈਨੂੰ ਕੁਝ ਮਿਲੇ। ਔਰ ਸਤਿਗੁਰੂ ਤਾਂ ਕਹਿੰਦੇ ਨੇ ਕਿ ਮਨੁੱਖ ਦੀ ਸਵਾਰਥੀ ਫਿਤਰਤ ਇੰਨੀ ਜ਼ਿਆਦਾ ਪ੍ਰਬਲ ਹੈ ਕਿ ਸੇਵਾ ਥੋੜੀ ਮੰਗਣ ਬਹੁਤਾ, ਕਿ ਸੇਵਾ ਤਾਂ ਕੁਝ ਵੀ ਨਹੀਂ, ਬਹੁਤ ਥੋੜੀ ਹੈ, ਔਰ ਉਸ ਸੇਵਾ ਦੇ ਬਦਲੇ ਮੰਗ ਬਹੁਤ ਲੈਂਦਾ। ਜਿਵੇਂ ਆਮ ਜ਼ਿੰਦਗੀ ਦੇ ਵਿੱਚ ਆਪਾਂ ਕਹਿੰਦੇ ਹਾਂ ਕਿ ਬਹੁਤ ਮੂੰਹ ਅੱਡ ਲਿਆ, ਭਾਵ ਜਿਹੜੇ ਕੰਮ ਕਰਨ ਵਾਲੇ ਨੇ ਅਗਰ ਉਹ ਵੀ ਆਪਣਾ ਇਵਜ਼ਾਨਾ, ਉਹ ਵੀ ਆਪਣੀ ਮਜ਼ਦੂਰੀ, ਉਹ ਵੀ ਆਪਣਾ ਮਿਹਨਤਾਨਾ ਜ਼ਿਆਦਾ ਮੰਗ ਲੈਣ ਤਾਂ ਵੀ ਆਪਾਂ ਇਹੋ ਕਹਿੰਦੇ ਹਾਂ ਕਿ ਕੰਮ ਤਾਂ ਕੁਝ ਵੀ ਨਹੀਂ ਹੈ ਔਰ ਇਹਨਾਂ ਮੂੰਹ ਤੋਂ ਅੱਡ ਲਿਆ। ਤਾਂ ਸੇਵਾ ਦੇ ਵਿੱਚ ਤਾਂ ਬਿਲਕੁਲ ਹੀ ਮੂੰਹ ਨਹੀਂ ਅੱਡਿਆ ਜਾਂਦਾ। ਸੇਵਾ ਦੇ ਵਿੱਚ ਤਾਂ ਕੇਵਲ ਇੱਕ ਭਾਵਨਾ ਹੁੰਦੀ ਹੈ ਕਿ ਜਿਸ ਦੀ ਅਸੀਂ ਸੇਵਾ ਕਰ ਰਹੇ ਹਾਂ ਉਸ ਨੂੰ ਸਤਿਗੁਰੂ ਜੀ ਜਿਸ ਭਾਵਨਾ ਦੇ ਨਾਲ ਅਸੀਂ ਸੇਵਾ ਕਰ ਰਹੇ ਹਾਂ ਉਹ ਚੀਜ਼ ਨਿਭ ਜਾਵੇ। ਜੇ ਸੀਸ ਉਤਰਵਾਰਿਆ ਜਾ ਰਿਹਾ ਉਹ ਵੀ ਇੱਕ ਸੇਵਾ ਦਾ ਵਤੀਰਾ ਬਣ ਜਾਂਦਾ ਹੈ, ਔਰ ਉਸ ਦੇ ਪਿੱਛੇ ਭਾਵਨਾ ਕੀ ਹੈ, ਕਿਸੇ ਦਾ ਧਰਮ ਬਚ ਜਾਵੇ। ਪਰ ਉਹ ਧਰਮ ਹੈ ਕਿਹੜਾ, ਕੀ ਤੁਸੀਂ ਉਸ ਧਰਮ ਦੇ ਨਾਲ ਸਹਿਮਤੀ ਪ੍ਰਗਟ ਕਰਦੇ ਹੋ? ਸਤਿਗੁਰੂ ਕਹਿੰਦੇ ਨੇ ਇਹ ਦੇਖਣਾ ਮੇਰਾ ਕੰਮ ਨਹੀਂ ਹੈ। ਪਰ ਉਹ ਕਿਸ ਭਾਵਨਾ ਦੇ ਨਾਲ ਆਏ ਨੇ? ਉਹ ਕਹਿੰਦੇ ਨੇ ਕਿ ਮੇਰਾ ਧਰਮ ਬਚਾ ਦਿਓ, ਔਰ ਤੁਸੀਂ ਹੀ ਬਚਾ ਸਕਦੇ ਹੋ। ਉਹੀ ਉਸ ਵਕਤ ਉਹ ਕਰਮ ਸੇਵਾ ਬਣ ਗਿਆ, ਕਿਉਂਕਿ ਉਸ ਦੇ ਪਿੱਛੇ ਭਾਵਨਾ ਪ੍ਰਾਪਤੀ ਦੀ ਨਹੀਂ ਹੈ, ਯਾਨੀ ਕਿ ਮੈਨੂੰ ਕੁਝ ਪ੍ਰਾਪਤ ਹੋਏ ਇਹ ਨਹੀਂ ਹੈ, ਮੇਰਾ ਤਾਂ ਸੀਸ ਵੀ ਚਲਾ ਜਾਵੇ, ਲੇਕਿਨ ਪ੍ਰਾਪਤ ਕਿਸ ਨੂੰ ਹੋਵੇ? ਉਹਨਾਂ ਨੂੰ ਜਿਹੜੇ ਮੇਰੇ ਕੋਲ ਸੇਵਾ ਦੀ ਮੰਗ ਲੈ ਕੇ, ਸੇਵਾ ਦੀ ਅਰਦਾਸ ਲੈ ਕੇ, ਸੇਵਾ ਦੀ ਬੇਨਤੀ ਲੈ ਕੇ ਪੁੱਜੇ ਨੇ। ਹੁਣ ਉਹ ਜਿਹੜੀ ਸੇਵਾ ਦੀ ਬੇਨਤੀ ਲੈ ਕੇ ਮੇਰੇ ਪਾਸ ਪੁੱਜੇ ਨੇ ਉਹ ਸੇਵਾ ਮੈਂ ਨਿਭਾਵਾਂ, ਇਸ ਦੇ ਵਿੱਚ ਮੇਰਾ ਸਿਰ ਵੀ ਚਲਾ ਜਾਵੇ ਔਰ ਨਿਭੇ ਉਹ ਸੇਵਾ, ਮੈਨੂੰ ਕੁਝ ਮਿਲੇ, ਇਸ ਗੱਲ ਦੀ ਮੇਰੀ ਮੰਗ ਨਹੀਂ, ਮੇਰੀ ਕਾਮਨਾ ਨਹੀਂ। ਹਾਂ, ਜਿਸ ਭਾਵਨਾ ਨੂੰ ਇਹ ਲੈ ਕੇ ਆਏ ਨੇ ਉਹ ਭਾਵਨਾ ਇਹਨਾਂ ਦੀ ਪੂਰੀ ਹੋ ਜਾਵੇ, ਸੇਵਾ ਇਹਨਾਂ ਦੀ ਮੇਰੀ ਉਹ ਪ੍ਰਵਾਨ ਹੋ ਗਈ। ਤੋ ਸੀਸ ਸਤਿਗੁਰ ਨੇ ਦਿੱਤਾ, ਸਿਰ ਜਾਵੇ ਤਾਂ ਜਾਵੇ। ਸੀਸ ਦਿਆ ਪਰ ਸਿਰ ਨਾ ਦਿਆ। ਸਿਧਾਂਤ ਕੀ ਸੀ, ਔਰ ਉਸ ਸਿਧਾਂਤ ਦੇ ਬਦਲੇ ਸੇਵਾ ਕੀਤੀ। ਆਪਣਾ ਆਪਾ ਤਾਂ ਮਿਟਾ ਲਿਆ, ਆਪਣਾ ਆਪਾ ਤਾਂ ਗਵਾ ਲਿਆ, ਲੇਕਿਨ ਇੱਕ ਕੌਮ ਨੂੰ, ਇੱਕ ਦੇਸ਼ ਨੂੰ ਜਿਉਂਦਿਆਂ ਕਰ ਦਿੱਤਾ। ਸਦੀਆਂ ਤੱਕ ਉਹ ਜਿਉਂਦੇ ਰਹਿਣਗੇ, ਸਦੀਆਂ ਤੱਕ ਉਹ ਆਜ਼ਾਦੀ ਦਾ ਨਿੱਘ ਮਾਣਨਗੇ। ਇੱਕ ਪਾਤਸ਼ਾਹ ਜੀ ਦੀ ਪਾਵਨ ਸ਼ਹਾਦਤ, ਉਹ ਐਸੀ ਮਹਾਨ ਸੇਵਾ ਹੋ ਨਿਬੜੀ ਜਿਸ ਦੇ ਪਿੱਛੇ ਲਾਲਸਾ ਕੁਝ ਨਹੀਂ। ਤੋ ਸਤਿਗੁਰ ਕਹਿੰਦੇ ਜਿਹੜੇ ਸੇਵਕ ਹੋ ਕੇ ਤੇਰੀ ਸੇਵਾ ਕਰ ਰਹੇ ਨੇ, ਸੇਵਕ ਸੇਵ ਕਰੇ ਸਭ ਤੇਰੀ, ਉਹ ਅਸਲ ਦੇ ਵਿੱਚ ਤੇਰੀ ਹੀ ਸੇਵਾ ਹੋ ਰਹੀ ਹੈ। ਜਿਹੜੀ ਸੇਵਕ ਹੋ ਕੇ ਕੋਈ ਸੇਵ ਕਰ ਰਿਹਾ ਹੈ ਉਹ ਸੇਵਾ ਤੇਰੀ ਹੋ ਰਹੀ ਹੈ। ਭਾਵ ਅਗਰ ਕੋਈ ਕਿਸੇ ਭੁੱਖੇ ਨੂੰ ਰਜਾ ਰਿਹਾ ਹੈ ਉਹ ਸੇਵਾ ਤੇਰੀ ਹੋ ਰਹੀ ਹੈ। ਅਗਰ ਕੋਈ ਜ਼ਖਮੀ ਦਾ ਇਲਾਜ ਕਰਵਾ ਰਿਹਾ ਹੈ, ਉਹਦੇ ਮਰਮ ਪੱਟੀ ਲਗਵਾ ਰਿਹਾ ਹੈ, ਅਗਰ ਕੋਈ ਗਰੀਬ ਦੀ ਕੰਨਿਆ ਦਾ ਵਿਆਹ ਕਰਵਾ ਰਿਹਾ ਹੈ, ਅਗਰ ਕੋਈ ਗਰੀਬ ਨੂੰ ਪੜ੍ਹਵਾ ਰਿਹਾ ਹੈ, ਅਗਰ ਕੋਈ ਕਿਸੇ ਨੂੰ ਸ਼ਬਦ ਸਿਖਾ ਰਿਹਾ, ਇਹ ਅਸਲ ਦੇ ਵਿੱਚ ਤੇਰੀ ਸੇਵਾ ਹੋ ਰਹੀ ਹੈ। ਤੇ ਸਤਿਗੁਰ ਕਹਿੰਦੇ ਨੇ ਕਿ ਐਸੇ ਪੁਰਖ ਨੂੰ ਜਿਸ ਨੇ ਤੇਰੀ ਸੇਵਾ ਕੀਤੀ ਹੈ, ਉਸ ਸੇਵਾ ਤੇਰੀ ਕਰਨ ਦੇ ਵਿੱਚ ਬਗੈਰ ਕਾਮਨਾ ਦੇ ਨਿਸ਼ਕਾਮ ਹੋ ਕੇ ਕਿਉਂ ਸਫਲ ਹੋ ਸਕਿਆ ਹੈ? ਕਿਉਂਕਿ ਸਭ ਦੇ ਸਾਧ ਆਇਆ। ਐਸੇ ਮਨੁੱਖ ਨੂੰ ਸ਼ਬਦ ਦੇ ਰਾਹੀਂ ਜਿਹੜਾ ਸਵਾਦ ਆਇਆ, ਜ਼ਾਹਿਰ ਤੌਰ ਉੱਪਰ ਕਿਮਾ ਕਰਨੀ, ਅਗਰ ਕਿਸੇ ਮਨੁੱਖ ਨੂੰ ਸਵਾਦ ਆਏਗਾ ਤਾਂ ਜ਼ਰੂਰ ਦੱਸੇਗਾ ਕਿਸੇ ਨੂੰ ਕਿ ਮੈਨੂੰ ਸਵਾਦ ਆਇਆ, ਤੂੰ ਵੀ ਚੱਕ ਕੇ ਦੇਖ, ਤੂੰ ਵੀ ਖਾ ਕੇ ਦੇਖ। ਤਾਂ ਜਿਸ ਵਕਤ ਗੁਰ ਕਾ ਸਿੱਖ ਗੁਰੂ ਕਾ ਸ਼ਬਦ ਲੈਂਦਾ ਹੈ, ਉਹਨੂੰ ਜਿਹੜਾ ਸਵਾਦ ਆਉਂਦਾ ਹੈ ਤਾਂ ਉਹ ਚਾਹੁੰਦਾ ਹੈ ਕਿ ਉਹਦਾ ਸਵਾਦ ਸਾਰੀ ਦੁਨੀਆ, ਯਾਨੀ ਕਿ ਜਿਹੜੇ ਵੀ ਉਹਦੇ ਸੰਪਰਕ ਦੇ ਵਿੱਚ ਨੇ, ਉਹ ਜ਼ਰੂਰ ਉਸ ਸਵਾਦ ਨੂੰ ਚੱਖਣ। ਇਸ ਕਰਕੇ ਜਿਸ ਦੇ ਕੋਲ ਨਾਮ ਹੈ ਉਹ ਨਾਮ ਵੰਡਦਾ ਹੈ, ਜਿਸ ਦੇ ਕੋਲ ਸੇਵਾ ਹੈ ਉਹ ਸੇਵਾ ਵੀ ਕਰਦਾ ਹੈ, ਔਰ ਸੇਵਾ ਕਰਨ ਦਾ ਤਰੀਕਾ ਵੀ ਦੁਨਿਆਵੀ ਤੌਰ ਉੱਪਰ ਲੋਕਾਂ ਨੂੰ ਦੱਸਦਾ ਹੈ। ਪਰ ਪਾਤਸ਼ਾਹ ਜਿਨ ਸ਼ਬਦ ਜੋੜ ਰਹੇ ਨੇ ਵਿੱਚ, ਕਿ ਜਿਨ ਸ਼ਬਦ ਇਹ ਹਰ ਕਿਸੇ ਨੂੰ ਨਹੀਂ ਆ ਸਕਦਾ। ਇਹ ਸਵਾਦ ਸ਼ਬਦ ਦਾ ਉਸ ਨੂੰ ਆਵੇਗਾ ਜਿਸ ਨੇ ਸੇਵਾ ਦੀ ਭਾਵਨਾ ਦੇ ਨਾਲ ਸ਼ਬਦ ਪੜ੍ਹਿਆ ਔਰ ਸ਼ਬਦ ਉੱਪਰ ਉਤਰਿਆ ਹੈ, ਨਾ ਕਿ ਕਿੰਤੂ ਪ੍ਰੰਤੂ ਕੀਤਾ ਹੈ, ਨਾ ਕਿ ਵਿਗਾੜਿਆ ਹੈ, ਬਲਕਿ ਕੇਵਲ ਭਾਵਨਾ ਇਹੋ ਸੀ ਕਿ ਸਤਿਗੁਰੂ ਜੋ ਤੂੰ ਮੈਨੂੰ ਸਿਖਾਇਆ, ਜੋ ਸਮਝਾਇਆ, ਮੈਂ ਉਸ ਉੱਪਰ ਚੱਲਾਂ ਔਰ ਸਵਾਦ ਆਇਆ। ਲੇਕਿਨ ਆਪ ਇੱਕ ਗੱਲ ਨੋਟ ਕਰਿਓ ਕਿ ਸਵਾਦ ਹਮੇਸ਼ਾ ਪ੍ਰਯੋਗ ਤੋਂ ਬਾਅਦ ਆਉਂਦਾ ਹੈ। ਜਿਵੇਂ ਕੋਈ ਕਹਿ ਦੇਵੇ ਮਠਿਆਈ ਮਿੱਠੀ ਹੈ ਔਰ ਸਾਨੂੰ ਵੀ ਪਤਾ ਲੱਗ ਜਾਵੇ ਕਿ ਮਠਿਆਈ ਮਿੱਠੀ ਹੈ। ਦੋਨਾਂ ਨੇ ਗੱਲਾਂ ਕੀਤੀਆਂ, ਮਠਿਆਈ ਮਿੱਠੀ ਹੈ, ਜਿਹਨੇ ਸਾਨੂੰ ਕਿਹਾ ਉਹਨੇ ਸਾਡੇ ਨਾਲ ਗੱਲ ਕੀਤੀ ਹੈ ਔਰ ਸਾਨੂੰ ਪਤਾ ਲੱਗਿਆ ਕਿ ਮਠਿਆਈ ਮਿੱਠੀ ਹੈ। ਲੇਕਿਨ ਇਸ ਦੇ ਨਾਲ ਗੱਲ ਕਰਨ ਦੇ ਨਾਲ ਕੀ ਸਵਾਦ ਆ ਗਿਆ? ਹਲਵਾਈ ਕੋਲ ਗਏ ਹਾਂ, ਹਲਵਾਈ ਕਹਿੰਦਾ ਹਾਂਜੀ ਵਾਕਈ ਮਿੱਠੀ ਹੈ, ਕੀ ਸਵਾਦ ਆ ਗਿਆ? ਹਲਵਾਈ ਨੂੰ ਪੈਸੇ ਦਿੱਤੇ ਨੇ, ਉਹਨੇ ਤੋਲ ਦਿੱਤੀ ਹੈ,
ਤੋਲ ਕੇ ਉਹਨੇ ਸਾਡੇ ਹੱਥ ਵਿੱਚ ਪਕੜਾ ਦਿੱਤੀ ਹੈ। ਹੱਥ ਵਿੱਚ ਪਕੜਨ ਤੋਂ ਬਾਅਦ ਵੀ ਕੀ ਸਵਾਦ ਆ ਗਿਆ? ਸਵਾਦ ਕਦੋਂ ਆਇਆ? ਜਦੋਂ ਚੱਖਿਆ ਗਿਆ, ਪ੍ਰਯੋਗ, ਉਸ ਤੋਂ ਬਾਅਦ ਪਤਾ ਲੱਗਾ ਕਿ ਹਾਂ, ਇਹ ਵਾਕਈ ਮਿੱਠੀ ਹੈ। ਤੋ ਇਸੇ ਕਰਕੇ ਸਤਿਗੁਰੂ ਜੀ ਨੇ ਗੁਰਮਤਿ ਦੇ ਵਿੱਚ, ਗੁਰਬਾਣੀ ਦੇ ਵਿੱਚ ਜਿਹੜੀ ਗੱਲ ਸਾਨੂੰ ਸਮਝਾਈ ਹੈ, ਉਸ ਨੂੰ ਸਤਿਗੁਰੂ ਪ੍ਰਯੋਗ ਤੱਕ ਲਿਜਾਣਾ ਚਾਹੁੰਦੇ ਨੇ ਕਿ ਜਿਹੜੀ ਗੱਲ ਮੈਂ ਕਰ ਰਹੀ ਹਾਂ ਉਸ ਨੂੰ ਆਪਾਂ ਕੇਵਲ ਪੜ੍ਹਨਾ ਨਹੀਂ ਹੈ। ਸਿਮਰਨ ਹੀ ਇਹ ਹੋਈ ਹੈ ਕਿ ਜਿਸ ਵਕਤ ਪੜ੍ਹਨ ਤੋਂ ਬਾਅਦ ਉਸ ਦਾ ਪ੍ਰਯੋਗ ਕਰੋ ਔਰ ਵਾਕਈ ਸਵਾਦ ਆਵੇ। ਯਾਨੀ ਕਿ ਜੇ ਸੇਵਾ ਕਰਨ ਦਾ ਸਵਾਦ ਆਇਆ ਤਾਂ ਸਮਝ ਲੈਣਾ ਕਿ ਸੇਵਾ ਦਾ ਪ੍ਰਯੋਗ ਮੁਕੰਮਲ ਹੋ ਗਿਆ, ਮਨੁੱਖ ਸੇਵਕ ਹੋ ਗਿਆ। ਜੇ ਸ਼ਬਦ ਪੜ੍ਹਨ ਤੋਂ ਬਾਅਦ ਮਨ ਨੂੰ ਸ਼ਾਂਤੀ ਮਿਲ ਗਈ ਹੈ, ਜੇ ਸ਼ਬਦ ਪੜ੍ਹਨ ਤੋਂ ਬਾਅਦ ਮਨ ਦੀ ਕਿੰਤੂ ਪ੍ਰੰਤੂ ਮਿਟ ਗਈ ਹੈ, ਮਨ ਦੀ ਨਿੰਦਾ ਮਿਟ ਗਈ ਹੈ, ਤਾਂ ਸਮਝ ਲੈਣਾ ਸ਼ਬਦ ਦਾ ਸਵਾਦ ਆ ਗਿਆ। ਲੇਕਿਨ ਮਨੁੱਖ ਤਾਂ ਸ਼ਬਦ ਦੇ ਉੱਪਰ ਹੀ ਕਿੰਤੂ ਪ੍ਰੰਤੂ ਕਰ ਰਹੇ, ਕਿਵੇਂ ਕਰਨੀ। ਔਰ ਮੇਰੇ ਵਰਗੇ ਕਹਿ ਰਹੇ, ਹਾਂ ਜੀ ਬਹੁਤ ਠੀਕ, ਬਹੁਤ ਵਿਦਵਾਨ, ਕਿਉਂਕਿ ਬਹੁਤ ਤੁਸੀਂ ਖੋਜ ਕਰ ਲਈ। ਇਹ ਖੋਜ ਨਹੀਂ, ਇਹ ਕਿੰਤੂ ਪ੍ਰੰਤੂ ਹੈ। ਤੋ ਜਿਹੜੇ ਪੁਰਖ ਕਿੰਤੂ ਪ੍ਰੰਤੂ ਕਰਦੇ ਨੇ ਉਹ ਸਵਾਦ ਨਹੀਂ ਲੈ ਸਕਦੇ, ਕਿਵੇਂ ਕਰਨੀ। ਸਵਾਦ ਉਹੀ ਲੈਣਗੇ ਜਿਹੜੇ ਖਾਣਗੇ, ਜਿਹੜੇ ਦੂਰੋਂ ਹੀ ਕਹਿ ਦੇਣਗੇ ਕਿ ਚੰਗਾ ਮੈਂ ਮੰਨ ਲੈਣਾ ਮਿੱਠੀ ਹੈ, ਪਰ ਹੋਏਗੀ ਮਿੱਠੀ ਤੇਰੀ ਆਪਣੇ ਕੋਲ ਰੱਖ ਤੂੰ। ਕਿਉਂਕਿ ਜਿੰਨੀ ਦੇਰ ਤੱਕ ਨਹੀਂ ਚਖੀ ਜਾਏਗੀ ਉਨੀ ਦੇਰ ਤੱਕ ਸਵਾਦ ਨਹੀਂ ਆਏਗਾ। ਸ਼ਬਦ ਦਾ ਸਵਾਦ ਉਸ ਦਾ ਅਨੁਭਵ ਹੈ, ਉਸ ਦਾ ਤਜਰਬਾ ਹੈ। ਤੇ ਤਜਰਬੇ ਦੇ ਵਿੱਚ ਜੇ ਪ੍ਰਯੋਗ ਨਹੀਂ ਸ਼ਾਮਲ ਤਾਂ ਤਜਰਬਾ ਵੀ ਨਹੀਂ ਹੋ ਸਕਦਾ। ਤੋ ਇਸ ਕਰਕੇ ਪਾਤਸ਼ਾਹ ਸਾਨੂੰ ਸ਼ਬਦ ਦਾ ਸਵਾਦ ਸੇਵਾ ਦੇ ਰਾਹੀਂ ਦੇਣਾ ਚਾਹੁੰਦੇ ਨੇ, ਕਿਉਂਕਿ ਸੇਵਾ ਇੱਕ ਅਕਾਲ ਪੁਰਖ ਦੀ, ਇੱਥੇ ਕੇਵਲ ਇੱਕ ਅਕਾਲ ਪੁਰਖ ਦੀ ਸੇਵਾ ਦੀ ਗੱਲ ਹੈ। ਲੇਕਿਨ ਉਹ ਸੇਵਾ ਅਕਾਲ ਪੁਰਖ ਦੀ ਹੋਵੇਗੀ ਕਿਵੇਂ? ਉਸ ਦਾ ਸਿਧਾਂਤ ਅਪਣਾ ਕੇ, ਲੁਕਾਈ ਦੀ ਮਨੁੱਖਤਾ ਦੀ ਸੇਵਾ ਕਰਕੇ। ਸੇਵਕ ਸੇਵ ਕਰੇ ਸਭ ਤੇਰੀ, ਜਿਨ ਸਬਦੇ ਸਾਧ ਆਇਆ, ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਜਿਸ ਵਕਤ ਕੋਈ ਚੀਜ਼ ਖਾਧੀ ਜਾਂ ਪੀਤੀ ਜਾਂਦੀ, ਜਿਵੇਂ ਮੈਂ ਬੇਨਤੀ ਕੀਤੀ ਸੀ ਕਿ ਕੋਈ ਕਹਿੰਦਾ ਮਾਂ ਬਾਦੀ, ਕੋਈ ਕਹਿੰਦਾ ਸਵਾਦੀ ਹੈ। ਸਵਾਦੀ ਦੋਨਾਂ ਵਾਸਤੇ, ਜਿਹਨੂੰ ਬਾਦੀ ਲੱਗਦਾ ਉਹਦੇ ਵਾਸਤੇ ਵੀ ਉਹ ਸਵਾਦੀ ਹੈ, ਪਰ ਕਿਉਂਕਿ ਉਸ ਦੀ ਆਪਣੀ ਸਿਹਤ ਠੀਕ ਨਹੀਂ ਹੈ, ਉਸ ਦਾ ਪੇਟ ਉਸ ਨੂੰ ਪਚਾ ਨਹੀਂ ਸਕਦਾ, ਇਸ ਕਰਕੇ ਉਹ ਖਾ ਨਹੀਂ ਸਕਦਾ। ਸਵਾਦ ਹੁੰਦਿਆਂ ਹੋਇਆਂ ਵੀ ਡਾਕਟਰ ਵੀ ਕਹਿੰਦੇ ਨੇ ਕਿ ਜੇ ਇਸ ਦਵਾਈ ਨੂੰ ਜਾਂ ਕਿਸ ਦਵਾਈ ਨੂੰ ਦੇਣ ਲੱਗਿਆ ਕਿ ਇਸ ਨੂੰ ਜੇ ਭੁੱਖੇ ਪੇਟ ਖਾਏਗਾ ਤਾਂ ਅਸਰ ਕਰੇਗੀ। ਹੁਣ ਖਿਮਾ ਕਰਨੀ, ਜਿਹੜੀ ਸਤਿਗੁਰੂ ਜੀ ਸਾਨੂੰ ਸ਼ਬਦ ਦਾ ਸਵਾਦ ਦੇਣਾ ਚਾਹੁੰਦੇ ਨੇ ਉਹ ਭੁੱਖੇ ਪੇਟ ਹੈ। ਭੁੱਖੇ ਪੇਟ ਕਿਸ ਤਰ੍ਹਾਂ ਹੋ ਸਕਦਾ ਹੈ? ਆਪ ਪੜ੍ਹ ਕੇ ਅੰਤਰੀ ਭਾਵ ਦੇ ਵਿੱਚ ਜਾਓ। ਗੁਰ ਕਿਰਪਾ ਤੇ ਨਿਰਮਲ ਹੋਆ। ਕਦੋਂ ਨਿਰਮਲ ਹੋਆ? ਜਿਨ ਵਿੱਚੋਂ ਆਪ ਗਵਾਇਆ। ਵਿੱਚੋਂ ਆਪਾ ਗਵਾਣਾ ਯਾਨੀ ਕਿ ਆਪਣੀ ਆਤਮਾ ਨੂੰ ਭੁੱਖਿਆਂ ਕਰ ਲੈਣਾ ਹਉਮੈ ਤੋਂ, ਸਾਫ਼ ਕਰ ਲੈਣਾ ਹਉਮੈ ਤੋਂ। ਯਾਨੀ ਕਿ ਪੇਟ ਜਿਸ ਵਕਤ ਭੁੱਖਾ ਹੈ ਤਾਂ ਖਿਮਾ ਕਰਨੀ ਉਹ ਸਾਫ਼ ਹੈ। ਉਸ ਦੇ ਵਿੱਚ ਆਪਾਂ ਕਚੌੜੀਆਂ ਖਾ ਲਈਏ, ਜੰਕ ਫੂਡ ਖਾ ਲਈਏ, ਫਿਰ ਦਵਾਈ ਖਾਈਏ ਤਾਂ ਹੋ ਸਕਦਾ ਅਸਰ ਨਾ ਕਰੇ। ਇਸ ਕਰਕੇ ਸਤਿਗੁਰ ਨੇ ਪਹਿਲਾਂ ਵਿੱਚੋਂ ਆਪ ਗਵਾਏ ਜਾਣ ਦੀ ਗੱਲ ਕੀਤੀ। ਆਪ ਛੋੜ ਬੇਨਤੀ ਕਰੋ। ਪਹਿਲਾਂ ਆਪਾਂ ਆਪ ਗਵਾਓ, ਫਿਰ ਉਸ ਤੋਂ ਬਾਅਦ ਬੇਨਤੀ ਕਰੋ। ਯਾਨੀ ਕਿ ਪਹਿਲਾਂ ਆਪਣਾ ਆਤਮਕ ਪੇਟ ਸਾਫ਼ ਕਰ ਲਈਏ ਆਪਾਂ। ਉਸ ਦੇ ਵਿੱਚ ਹਉਮੈ ਨਹੀਂ ਰਹਿਣੀ ਚਾਹੀਦੀ, ਔਰ ਹਉਮੈ ਵੈਸੇ ਸਾਫ਼ ਹੋ ਜਾਵੇ, ਔਰ ਹਉਮੈ ਦੀ ਉਸ ਤੋਂ ਬਾਅਦ ਸਾਫ਼ ਹੋ ਜਾਣ ਤੋਂ ਬਾਅਦ ਫਿਰ ਭੁੱਖ ਵੀ ਨਾ ਰਹੇ, ਖਾਲੀ ਆਤਮਕ ਪੇਟ, ਔਰ ਉਸ ਦੇ ਵਿੱਚ ਫਿਰ ਵਾਹਿਗੁਰੂ ਦੇ ਸ਼ਬਦ ਦਾ ਨਿਵਾਸ, ਤਾਂ ਸ਼ਬਦ ਦਾ ਸਵਾਦ ਆਏਗਾ। ਤਾਂ ਸਤਿਗੁਰ ਕਹਿੰਦੇ ਨੇ ਉਸ ਵਕਤ ਗੁਰੂ ਦੀ ਐਸੀ ਕਿਰਪਾ ਹੋਏਗੀ ਕਿ ਮਨ ਨਿਰਮਲ ਹੋ ਜਾਏਗਾ। ਗੁਰ ਕਿਰਪਾ ਤੇ ਨਿਰਮਲ ਹੋਆ, ਜਿਨ ਵਿੱਚੋਂ ਆਪ ਗਵਾਇਆ। ਵਿੱਚੋਂ ਆਪਾ ਗਵਾਏ ਜਾਣ ਤੋਂ ਬਾਅਦ, ਪਰ ਸਤਿਗੁਰ ਐਸਾ ਹੋਏਗਾ ਕਦੋਂ? ਅਨ ਦਿਨ ਗੁਣ ਗਾਵੇ ਨਿਤ ਸਾਚੇ, ਗੁਰ ਕੇ ਸ਼ਬਦ ਸੁਹਾਇਆ। ਅੱਜ ਦੇ ਹੁਕਮਨਾਮਾ ਸਾਹਿਬ ਜੀ ਦੇ ਵਿੱਚ ਸਤਿਗੁਰਾਂ ਨੇ ਜਿਹੜੀ ਗੱਲ ਕੇਂਦਰਿਤ ਕੀਤੀ ਹੈ ਉਹ ਸ਼ਬਦ ਉੱਪਰ ਕੀਤੀ ਹੈ। ਤੋ ਸ਼ਬਦ ਗੁਰੂ ਹੈ, ਲੇਕਿਨ ਕਿਹੜਾ ਸ਼ਬਦ ਗੁਰੂ ਹੈ? ਉਹ ਸ਼ਬਦ ਗੁਰੂ ਹੈ ਜਿਹੜਾ ਗਿਆਨ ਦਿੰਦਾ ਹੈ। ਸ਼ਬਦ ਕੁਰਾਹੇ ਵੀ ਪਾ ਸਕਦਾ ਹੈ, ਇਸ ਕਰਕੇ ਉਸ ਸ਼ਬਦ ਨੂੰ ਆਪਾਂ ਗੁਰੂ ਨਹੀਂ ਕਹਿ ਸਕਦੇ ਜਿਸ ਸ਼ਬਦ ਦੇ ਰਾਹੀਂ ਮਨੁੱਖ ਕਿਸੇ ਦੀ ਨਿੰਦਾ ਕਰਦਾ ਹੈ, ਜਿਸ ਸ਼ਬਦ ਦੇ ਰਾਹੀਂ ਮਨੁੱਖ ਨਿੰਦਾ ਸੁਣਦਾ। ਕਿਉਂਕਿ ਸਤਿਗੁਰ ਨੇ ਬੜੀ ਇੱਕ ਖੂਬਸੂਰਤ ਮਿਸਾਲ ਦੇ ਕੇ ਸਾਨੂੰ ਗੱਲ ਸਮਝਾ ਦਿੱਤੀ ਹੈ। ਪਵਨ ਗੁਰੂ, ਪਾਣੀ ਪਿਤਾ। ਹੁਣ ਪਵਨ ਗੁਰੂ ਕਿਉਂ ਹੈ? ਹਵਾ ਗੁਰੂ ਕਿਵੇਂ ਹੋ ਸਕਦੀ ਹੈ? ਮਨੁੱਖ ਦੇ ਮੂੰਹ ਦੇ ਵਿੱਚੋਂ ਨਿਕਲੀ ਹੋਈ ਗੱਲ ਬਾਹਰ ਨਿਕਲਦੀ ਹੋਈ ਹਵਾ ਦੇ ਨਾਲ, ਬਾਹਰ ਚਲਦੀ ਹੋਈ ਹਵਾ ਦੇ ਨਾਲ ਜਾ ਕੇ ਟਕਰਾਉਂਦੀ ਹੈ।
ਹੁਣ ਹਵਾ ਦੇ ਨਾਲ ਕਿਹੜੀ ਗੱਲ ਟਕਰਾਏਗੀ ਜਿਹੜੀ ਗੱਲ ਮਨੁੱਖ ਆਪਣੀ ਜ਼ੁਬਾਨ ਤੋਂ ਕੱਢੇਗਾ? ਮਨੁੱਖ ਜ਼ੁਬਾਨ ਤੋਂ ਨਿੰਦਾ ਵੀ ਕੱਢ ਸਕਦਾ ਹੈ, ਮਨੁੱਖ ਜ਼ੁਬਾਨ ਤੋਂ ਗੁਰੂ ਉਸਤਤ ਵੀ ਕੱਢ ਸਕਦਾ ਹੈ। ਇਸ ਕਰਕੇ ਉਹ ਪਵਨ ਮਨੁੱਖ ਦੇ ਲਈ ਗੁਰੂ ਦਾ ਰੁਤਬਾ ਰੱਖਦੀ, ਜਿਸ ਪਵਨ ਦੇ ਨਾਲ ਟਕਰਾ ਕੇ ਮਨੁੱਖ ਐਸਾ ਸ਼ਬਦ ਕੱਢ ਰਿਹਾ ਜਿਹੜਾ ਗੁਰੂ ਦੇ ਪ੍ਰਤੀ ਸਮਰਪਣ ਹੋ ਜਾਂਦਾ ਹੈ। ਤਾਂ ਗੁਰੂ ਦੇ ਪ੍ਰਤੀ ਸਮਰਪਣਾ ਔਰ ਗੁਰੂ ਦੀ ਉਸਤਤ ਦੇ ਲਈ ਸ਼ਬਦ ਮੁਖ ਦੇ ਵਿੱਚੋਂ ਨਿਕਲੇ, ਔਰ ਉਹ ਸ਼ਬਦ ਜਿਹੜਾ ਗੁਰੂ ਉਸਤਤ ਦੇ ਨਹੀਂ ਨਿਕਲੇ, ਇਸ ਪੱਖੋਂ ਨਿਕਲੇ ਕਿ ਗੁਰੂ ਸ਼ਬਦ ਦੇ ਵਿੱਚ ਉਪਮਾ ਤਾਂ ਕਰ ਰਹੇ ਹਾਂ ਕਿਉਂਕਿ ਮੈਂ ਗੁਰੂ ਦਾ ਸਿਧਾਂਤ ਅਪਣਾਉਣਾ ਹੈ। ਅਨਿਅਥਾ ਖਿਮਾ ਕਰਨੀ, ਉਪਮਾ ਕਰਨ ਦਾ ਕੀ ਫਾਇਦਾ? ਮੈਨੂੰ ਮਾਫੀ ਦਿਓ ਜੇ ਕਈ ਵਾਰੀ ਕੁਝ ਲੋਕ ਐਸੇ ਕਹਿੰਦੇ ਨੇ ਜੀ ਕਥਾ ਬੜੀ ਚੰਗੀ ਹੋਈ, ਔਰ ਉਹਦਾ ਅਸਰ ਕੀ ਹੋਇਆ? ਕਿ ਸਾਬਤ ਸੂਰਤ ਹੋ ਗਏ ਆਪਾਂ, ਕਿ ਵਿਕਾਰਾਂ ਤੋਂ ਬਚ ਗਏ ਆਪਾਂ। ਬੜੀ ਚੰਗੀ ਦਾ ਅਸਰ ਕੀ ਹੋਇਆ? ਕੋਈ ਕਵੇ ਮਠਿਆਈ ਬੜੀ ਸਵਾਦ ਲੱਗੀ ਖਾਣ ਤੋਂ ਬਾਅਦ, ਲੇਕਿਨ ਨਾਲ ਹੀ ਕਹਿ ਦੇਵੇ ਕਿ ਮੇਰੀ ਸਿਹਤ ਵੀ ਖਰਾਬ ਹੋ ਗਈ, ਉਲਟੀ ਆ ਗਈ ਮੈਨੂੰ ਕਿਉਂਕਿ ਮੇਰਾ ਪੇਟ ਸਾਫ਼ ਨਹੀਂ ਸੀ, ਫੂਡ ਪੋਇਜ਼ਨਿੰਗ ਹੋ ਗਈ ਕਿਉਂਕਿ ਪਚਾ ਨਹੀਂ ਸਕੇ। ਇਸ ਕਰਕੇ ਸਤਿਗੁਰੂ ਨੇ ਨਾਲ ਪਚਾਣ ਦੀ ਗੱਲ ਪਹਿਲਾਂ ਸਾਨੂੰ ਸਮਝਾਈ, ਜੇ ਕੋ ਖਾਵੇ ਜੇ ਕੋ ਪੁੰਚੇ। ਲੇਕਿਨ ਇਹ ਆਤਮਕ ਅਵਸਥਾ ਦੇ ਵਿੱਚ ਪਚਾਣ ਦੀ ਗੱਲ ਜਿਹੜੀ ਹੈ ਇਹ ਆਮ ਸਰੀਰਕ ਪਚਾਣ ਨਾਲੋਂ ਡਿਫਰੈਂਟ ਹੈ, ਭਿੰਨ ਹੈ, ਵੱਖਰੀ ਹੈ। ਅਨਿਅਥਾ ਮਨੁੱਖ ਪੜ੍ਹਦਾ ਬਾਣੀ ਹੈ ਲੇਕਿਨ ਡਿੰਗਾ ਮਾਰਦਾ ਫਿਰਦਾ ਹੈ, ਹੋਮੇ ਫਿਰ ਵੀ ਨਹੀਂ ਜਾਂਦੀ। ਕਰਦਾ ਕਥਾ ਹੈ, ਗਾਉਂਦਾ ਸ਼ਬਦ ਹੈ, ਫਿਰ ਵੀ ਹੋਮੇ ਨਹੀਂ ਜਾਂਦੀ। ऐसी अवस्था क्यों है? क्योंकि ऐसी अवस्था ਤਾਂ है ਖਾਇਆ ਤਾਂ ਹੈ ਪਰ ਪਚਾ ਨਹੀਂ ਸਕਿਆ। ਜ਼ਾਹਿਰ ਤੌਰ ਪਰ ਜੇ ਮਨ ਵਿੱਚ ਨਮਰਤਾ ਹੀ ਨਹੀਂ ਆਈ, ਜੇ ਸੇਵਾ ਦੀ ਭਾਵਨਾ ਹੀ ਨਹੀਂ ਆਈ, ਜੇ ਬੋਲ ਮਿਠੜਾ ਹੀ ਨਹੀਂ ਹੋਇਆ, ਜੇ ਗੁਰ ਕਾ ਸ਼ਬਦ ਖੁਦ ਹੀ ਨਹੀਂ ਸਮਝਿਆ ਤਾਂ ਕਿਸੇ ਹੋਰ ਨੂੰ ਕੀ ਹੋ ਕੇ ਸਮਝਾ ਸਕੇਗਾ। ਇਸ ਕਰਕੇ ਗੁਰ ਕੇ ਸ਼ਬਦ ਉੱਪਰ ਵੀ ਕਿੰਤੂ ਪ੍ਰੰਤੂ, ਗੁਰ ਕੇ ਇਤਿਹਾਸ ਉੱਪਰ ਵੀ ਕਿੰਤੂ ਪ੍ਰੰਤੂ, ਲੇਕਿਨ ਉਹਦੇ ਪਿੱਛੇ ਭਾਵਨਾ ਕੀ ਹੈ ਕਿ ਲੋਕ ਮੈਨੂੰ ਜਾਣਨ, ਮੈਨੂੰ ਕਹਿਣ ਕਿ ਹਾਂ ਇਹ ਵਿਦਵਾਨ ਹੈ ਜਾਂ ਇਹ ਇਤਿਹਾਸਕਾਰ ਹੈ। ਉਹ ਭਾਵਨਾ ਜਿਹੜੀ ਹੈ ਮਨੁੱਖ ਦੀ ਫਿਰ ਅੰਦਰੋਂ ਉਹਦੇ ਹਉਮੈ ਪੈਦਾ ਕਰਦੀ ਹੈ, ਔਰ ਹਉਮੈ ਵਿੱਚ ਮਨੁੱਖ ਪਰਮਾਤਮਾ ਨੂੰ ਪ੍ਰਾਪਤ ਨਹੀਂ ਹੋ ਸਕਦਾ, ਕਿਸੇ ਹੋਰ ਨੂੰ ਕੀ ਪ੍ਰਾਪਤ ਕਰਾਵੇਗਾ। ਨਿਰਮਲ ਅਵਸਥਾ ਮਨੁੱਖ ਦੀ ਉਸ ਵਕਤ ਹੀ ਹੋਵੇਗੀ ਜਦੋਂ ਵਿੱਚੋਂ ਆਪ ਗਵਾਇਆ ਜਾਏਗਾ, ਔਰ ਐਸੀ ਅਵਸਥਾ ਦੇ ਵਿੱਚ ਫਿਰ ਉਹ ਚੀਜ਼ ਜਿਹੜੀ ਉਹ ਸ਼ਬਦ ਰਾਹੀਂ ਗਾਇਨ ਕਰ ਰਿਹਾ ਉਸ ਨੂੰ ਸੁਹਾਵਣੀ ਲੱਗੇਗੀ, ਕਿਉਂਕਿ ਉਸ ਦੀ ਅਵਸਥਾ ਮਨਮੁਖ ਤੋਂ ਗੁਰਮੁਖ ਵਾਲੀ ਹੋ ਜਾਏਗੀ। ਗੁਰਮੁਖ ਵਾਲੀ ਹੋਈ ਅਵਸਥਾ ਦੇ ਵਿੱਚ ਫਿਰ ਅਨਦਿਨ ਗੁਣ ਗਾਵੇ ਨਿਤ ਸਾਚੇ ਗੁਰ ਕੇ। ਉਹ ਫਿਰ ਕਿਸੇ ਹੋਰ ਦੇ ਗੁਣ ਨਹੀਂ ਗਾਏਗਾ, ਕੇਵਲ ਇੱਕ ਸੱਚੇ ਗੁਰੂ ਦੇ। ਕਦੋਂ ਗਾਏਗਾ? ਅਨਦਿਨ, ਹਰ ਵਕਤ, ਹਰ ਵੇਲੇ। ਅਨ ਭਾਵ ਰਾਤ, ਦਿਨ ਭਾਵ ਦਿਨ ਵੇਲੇ। ਔਰ ਉਸ ਮਨੁੱਖ ਨੂੰ ਫਿਰ ਸ਼ਬਦ ਸੁਹਾਇਆ। ਹੁਣ ਸੁਹਾਇਆ ਕੀ ਹੈ? ਅਸਲ ਦੇ ਵਿੱਚ ਸੁਹਾਇਆ ਹੈ ਜਿਹੜੀ ਚੀਜ਼ ਮਨੁੱਖ ਨੂੰ ਸੁਹਾਵਣੀ ਲੱਗੇ, ਚੰਗੀ ਲੱਗੇ, ਜਿਸ ਚੀਜ਼ ਦੇ, ਕਿਉਂਕਿ ਮੈਂ ਪਹਿਲਾਂ ਹੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਸ਼ੁਰੂਆਤ ਵਕਤ ਕਿ ਹੋ ਸਕਦਾ ਹੈ ਕਿ ਕੋਈ ਵਸਤੂ ਕਿਸੇ ਨੂੰ ਬਹੁਤ ਸਵਾਦ ਲੱਗੇ ਲੇਕਿਨ ਉਹੀ ਵਸਤੂ ਕਿਸੇ ਹੋਰ ਨੂੰ ਬਿਲਕੁਲ ਵੀ ਸਵਾਦ ਨਾ ਲੱਗੇ। ਲੇਕਿਨ ਜਿਸ ਨੂੰ ਸਵਾਦ ਲੱਗ ਰਹੀ ਉਸ ਨੂੰ ਕਿਉਂ ਸਵਾਦ ਲੱਗ ਰਹੀ, ਜਿਸ ਨੂੰ ਕਿਉਂ ਸਵਾਦ ਨਹੀਂ ਲੱਗ ਰਹੀ ਉਸ ਨੂੰ ਕਿਉਂ ਸਵਾਦ। ਜਿਵੇਂ ਆਪ ਆਮ ਜ਼ਿੰਦਗੀ ਦੇ ਵਿੱਚ ਦੇਖਣਾ ਕਿ ਆਪ ਇੱਕ ਘਰ ਵਿੱਚ ਬੈਠੇ, ਇੱਕ ਕਾਰ ਵਿੱਚ ਬੈਠੇ, ਦੋ ਵਿਅਕਤੀ ਬੈਠੇ ਨੇ, ਕਹਿੰਦਾ ਮੈਨੂੰ ਬੜੀ ਗਰਮੀ ਲੱਗ ਰਹੀ, ਦੂਜਾ ਕਹਿੰਦਾ ਨਹੀਂ ਗਰਮੀ ਤਾਂ ਹੈ ਹੀ ਨਹੀਂ ਜ਼ਰਾ ਵੀ। ਐਸਾ ਕਿਉਂ ਹੋ ਰਿਹਾ? ਕਿਉਂਕਿ ਹਰ ਸਰੀਰ ਦੀ ਆਪਣੀ ਮਨੋਦਸ਼ਾ ਹੈ, ਉਸ ਦੇ ਮੁਤਾਬਕ ਹੀ ਉਸ ਨੂੰ। ਹੁਣ ਜੇ ਬਹੁਤ ਗਰਮੀ ਹੋਵੇ ਤਾਂ ਸਾਰਿਆਂ ਨੂੰ ਲੱਗੇਗੀ, ਇਹ ਤਾਂ ਹੈ ਨਹੀਂ ਕਿ ਨਹੀਂ ਲੱਗੇਗੀ। ਜੇ ਬਹੁਤ ਸਰਦੀ ਹੋ ਤਾਂ ਵੀ ਸਾਰਿਆਂ ਨੂੰ ਲੱਗੇਗੀ। ਲੇਕਿਨ ਇੱਕ ਵਕਤ ਐਸਾ ਵੀ ਆਉਂਦਾ ਜਿਸ ਵਕਤ ਇੱਕ ਮਨੁੱਖ ਕਹਿ ਰਿਹਾ ਹੁੰਦਾ ਕਿ ਮੈਨੂੰ ਤਾਂ ਬੜੀ ਠੰਡ ਲੱਗ ਰਹੀ ਹੈ ਅੱਜ, ਦੂਜਾ ਕਹਿੰਦਾ ਨਹੀਂ ਠੰਡ ਤਾਂ ਹੈ ਹੀ ਨਹੀਂ। ਐਸਾ ਕਿਉਂ ਹੈ? ਐਸਾ ਇਸ ਕਰਕੇ ਹੈ ਜਾਂ ਤਾਂ ਜਿਸ ਨੂੰ ਨਹੀਂ ਠੰਡ ਲੱਗ ਰਹੀ ਉਸਨੇ ਬਹੁਤ ਗਰਮ ਕੱਪੜੇ ਪਾਏ ਹੋਏ ਨੇ, ਜਾਂ ਕੋਈ ਉਸਨੇ ਬਹੁਤ ਗਰਮ ਪਦਾਰਥ ਖਾਧਾ ਹੋਇਆ, ਜਾਂ ਫਿਰ ਵੈਸੇ ਹੀ ਉਹਦਾ ਸਰੀਰ ਦਾ ਟੈਂਪਰੇਚਰ, ਕਿਉਂਕਿ ਹਰ ਇੱਕ ਸਰੀਰ ਦੀ ਆਪਣੀ ਮਨੋਦਸ਼ਾ, ਹਰ ਇੱਕ ਆਤਮਾ ਦੀ ਆਪੋ ਆਪਣੀ ਮਨੋਦਸ਼ਾ ਹੈ। ਮਨਮੁਖ ਦੀ ਆਪਣੀ ਮਨੋਦਸ਼ਾ ਹੈ, ਗੁਰਮੁਖ ਦੀ ਆਪਣੀ ਮਨੋਦਸ਼ਾ ਹੈ। ਇਸ ਕਰਕੇ ਸਤਿਗੁਰ ਨੇ ਆਸ਼ਾੜ ਦੇ ਮਹੀਨੇ ਵਿੱਚ ਸਮਝਾ ਦਿੱਤਾ, ਆਸ਼ਾੜ ਤਪੰਦਾ ਤਿਸ ਲਗੇ, ਨਾਲ ਹੀ ਪਾਤਸ਼ਾਹ ਨੇ ਕਹਿਤਾ ਆਸ਼ਾੜ ਸੁਹੰਦਾ ਤਿਸ ਲਗੇ। ਦੋਨੋਂ ਹੀ ਅਵਸਥਾਵਾਂ ਨੇ, ਆਸ਼ਾੜ ਦਾ ਮਹੀਨਾ ਤੇ ਇੱਕੋ ਹੀ ਹੈ, ਲੇਕਿਨ ਇੱਕ ਨੂੰ ਸੁਹਾਵਣਾ ਲੱਗ ਰਿਹਾ, ਇੱਕ ਨੂੰ ਤਪੰਦਾ ਲੱਗ ਰਿਹਾ। ਕਿਸ ਨੂੰ ਤਪੰਦਾ ਲੱਗ ਰਿਹਾ? ਹਰ ਨਾਉ ਨ ਜਿੰਨਾ ਪਾਸ। ਕਿਸ ਨੂੰ ਸੁਹੰਦਾ ਲੱਗ ਰਿਹਾ? ਜਿਸ ਮਨ ਹਰ ਚਰਨ ਨਿਵਾਸ। ਤੇ ਸ਼ਬਦ ਸੁਹਾਵਣਾ ਕਿਸ ਨੂੰ ਲੱਗ ਰਿਹਾ? ਅਨਦਿਨ ਜਿਹੜਾ ਉਸ ਅਕਾਲ ਪੁਰਖ ਦੇ ਗੁਣ ਇਸ ਕਰਕੇ ਗਾ ਰਿਹਾ ਕਿ ਮੈਂ ਤੇਰੀ ਸੇਵਾ ਨਿਭਾਣੀ ਹੈ। ਸ਼ਬਦ ਦਾ ਸਵਾਦ ਕਿਹਨੂੰ ਆ ਰਿਹਾ? ਜਿਹੜਾ ਅਨਦਿਨ ਹਰ ਗੁਣ ਗਾ ਰਿਹਾ ਸਿਰਫ ਇਸ ਕਰਕੇ ਕਿ ਤੇਰੀ ਸੇਵਾ ਦੇ ਵਿੱਚ ਮੈਂ ਨਿਰਮਲ ਹੋਣਾ, ਤੇਰੀ ਸੇਵਾ ਦੇ ਵਿੱਚੋਂ ਮੈਂ ਆਪਣਾ ਆਪਾ ਗਵਾਉਣਾ, ਔਰ ਉਸ ਪੱਖੋਂ ਫਿਰ ਤੇਰੀ ਸੇਵਾ
ਔਰ ਉਸ ਪੱਖੋਂ ਜਿਹੜੀ ਸੇਵਾ ਹੋਵੇਗੀ ਉਹ ਹੋਵੇਗੀ ਵੀ ਨਿਸ਼ਕਾਮ ਹੀ, ਤੇ ਉਸ ਨੂੰ ਸ਼ਬਦ ਫਿਰ ਸੁਹਾਵਣਾ ਲੱਗੇਗਾ। ਲੇਕਿਨ ਇਹ ਮਨਮੁਖ ਦੀ ਅਵਸਥਾ ਨਹੀਂ ਹੈ, ਮਨਮੁਖ ਨੂੰ ਇਹ ਸੁਹਾਵਣਾ ਨਹੀਂ ਲੱਗੇਗਾ। ਹੁਣ ਸਤਿਗੁਰੂ ਜੀ ਜਿਹੜੀ ਅਗਲੀ ਮੁਬਾਰਕ ਪੰਕਤੀ ਹੈ ਉਸ ਦੇ ਨਾਲ ਸਾਨੂੰ ਜੋੜਦੇ ਹੈ, ਔਰ ਉਹ ਰਹਾਉਦੀ ਹੈ, ਮੇਰੇ ਠਾਕੁਰ ਹਮ ਬਾਰਕ ਸ਼ਰਨ ਤੁਮਾਰੀ। ਹੁਣ ਇੱਥੇ ਠਾਕੁਰ ਦੀ ਸ਼ਰਨ ਦੀ ਗੱਲ ਕਿੱਥੋਂ ਆ ਗਈ, ਬਾਰਕ ਦੀ ਗੱਲ ਕਿੱਥੋਂ ਆ ਗਈ? ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ, ਇਹ ਗੱਲ ਹੁਣ ਕਿੱਥੋਂ ਆ ਗਈ? ਕਿਉਂਕਿ ਸਤਿਗੁਰ ਨੇ ਗੱਲ ਤਾਂ ਸੇਵਕ ਦੀ ਕੀਤੀ ਹੈ, ਗੱਲ ਨਿਰਮਲ ਹੋਣ ਦੀ ਕੀਤੀ ਹੈ, ਗੱਲ ਆਪ ਭਗਵਾਨ ਦੀ ਕੀਤੀ ਹੈ, ਗੱਲ ਅਨਦਿਨ ਗਾਣ ਦੀ ਗੱਲ ਕੀਤੀ ਹੈ, ਗੱਲ ਗੁਰੂ ਦੇ ਸ਼ਬਦ ਦੀ ਕੀਤੀ ਹੈ। ਇਹਨਾਂ ਸਾਰੀਆਂ ਅਵਸਥਾਵਾਂ ਦੇ ਵਿੱਚ ਜਿਹੜੀ ਗੁਰੂ ਕੇ ਗੁਣ ਗਾਣ ਦੀ, ਗੁਰੂ ਕੇ ਉਸਤਤ ਗਾਣ ਦੀ ਗੱਲ ਹੈ ਨਾ, ਉਹ ਸ਼ੁਰੂ ਇੱਥੋਂ ਹੁੰਦੀ ਹੈ ਕਿ ਪਹਿਲਾਂ ਤਾਂ ਮੇਰੇ ਠਾਕੁਰ, ਉਸ ਠਾਕੁਰ ਇੱਕ ਅਕਾਲ ਪੁਰਖ ਨੂੰ ਇੱਕ ਕਰਕੇ ਮੰਨਣਾ। ਦੂਜੀ ਗੱਲ ਹਮ ਬਾਰਕ, ਉਸ ਦਾ ਬਾਰਕ ਹੋ ਜਾਣਾ, ਆਪਣੇ ਆਪ ਉਹ ਮੈਂ ਚਲੀ ਜਾਏਗੀ। ਬਾਰਕ ਦਾ ਮਤਲਬ ਕੀ ਹੈ? ਬਾਰਕ ਉਹ ਬੱਚਾ ਹੈ ਜਿਹੜਾ ਇਹ ਕਦੀ ਨਹੀਂ ਕਹਿੰਦਾ ਕਿ ਮੈਂ ਕੁਝ ਕੀਤਾ ਹੈ, ਉਹ ਕਹੇਗਾ ਮੇਰੇ ਪਿਤਾ ਨੇ, ਮੇਰੇ ਅਕਾਲ ਪੁਰਖ ਨੇ ਸਭ ਕੁਝ ਕੀਤਾ, ਕਿਉਂਕਿ ਉਹ ਬਾਰਕ ਹੈ। ਬਾਰਕ ਉਹਦੀ ਆਪਣੇ ਪਿਤਾ ਦੀ ਸ਼ਰਨ ਹੈ। ਤਾਂ ਸਤਿਗੁਰ ਕਹਿੰਦੇ ਨੇ ਹਮ ਬਾਰਕ ਸ਼ਰਨ ਤੁਮਹਾਰੀ। ਆਮ ਜ਼ਿੰਦਗੀ ਦੇ ਵਿੱਚ ਵੀ ਜਿਹੜੇ ਬੱਚੇ ਹੁੰਦੇ ਨੇ ਨਾ, ਉਹ ਆਪਣੇ ਪਿਤਾ ਦੀ ਸ਼ਰਨ ਹੁੰਦੇ ਨੇ, ਇਸ ਕਰਕੇ ਪਿਤਾ ਉਹਨਾਂ ਦਾ ਪਾਲਕ ਹੋ ਜਾਂਦਾ। ਫਿਰ ਬੱਚਾ ਰਹਿੰਦਾ ਤੇ ਉਸ ਘਰ ਵਿੱਚ ਹੀ ਹੈ, ਲੇਕਿਨ ਬੱਚੇ ਨੂੰ ਉਸ ਘਰ ਵਿੱਚ ਰਹਿ ਕੇ ਕੋਈ ਬਿੱਲ ਨਹੀਂ ਦੇਣਾ ਪੈਂਦਾ। ਉਸ ਦੀ ਪੜ੍ਹਾਈ ਦਾ ਖਰਚਾ ਵੀ ਉਸ ਦਾ ਪਿਤਾ ਉਠਾ ਰਿਹਾ, ਉਸ ਨੂੰ ਸਕੂਲ ਭੇਜ ਰਿਹਾ, ਤਿਆਰ ਕਰ ਰਿਹਾ, ਛੱਡ ਕੇ ਆ ਰਿਹਾ, ਘਰ ਦੇ ਵਿੱਚ ਉਸ ਨੂੰ ਸੁੱਖ ਆਰਾਮ ਇਸ ਦਾ ਵੀ ਧਿਆਨ ਰੱਖ ਰਿਹਾ। ਤੇ ਬੱਚਾ ਬਿਲਕੁਲ ਫਿਕਰ ਹੈ, ਉਹਨੂੰ ਕੋਈ ਫਿਕਰ ਨਹੀਂ ਕਿ ਮੈਂ ਬਿੱਲ ਦੇਣਾ, ਬਿਜਲੀ ਦਾ ਬਿੱਲ ਵੀ ਆਉਣਾ, ਗੈਸ ਦਾ ਬਿੱਲ ਵੀ ਆਉਣਾ, ਮੌਰਗੇਜ ਵੀ ਆਉਣੀ ਹੈ, ਉਸ ਨੂੰ ਕੋਈ ਫਿਰਕ ਨਹੀਂ, ਕਿਉਂਕਿ ਉਹ ਬਾਰਕ ਹੋ ਕੇ ਆਪਣੇ ਪਿਤਾ ਦੀ ਸ਼ਰਨ ਹੈ। ਇਸ ਸੰਸਾਰ ਵਿੱਚ ਜਦੋਂ ਉਸ ਅਕਾਲ ਪੁਰਖ ਦੇ ਆਪਾਂ ਸਰਨਾ ਮੁਬਾਰਕ ਹੋ ਕੇ, ਤਾਂ ਹੋਮੇ ਆਪਣੇ ਆਪ ਜਾਏਗੀ, ਸੇਵਾ ਦਾ ਜਜ਼ਬਾ ਆਪਣੇ ਆਪ ਪੈਦਾ ਹੋਏਗਾ, ਨਿਸ਼ਕਾਮਤਾ ਆਪਣੇ ਆਪ ਆਏਗੀ। ਅਫਸੋਸ ਦੀ ਗੱਲ ਤੇ ਹੈ ਕਿ ਅਸੀਂ ਬਾਰਕ ਬਣ ਹੀ ਨਹੀਂ ਸਕੇ। ਬਾਰਕ ਪਿਤਾ ਦੇ ਵਿੱਚ ਨੁਕਸ ਨਹੀਂ ਕੱਢਦਾ, ਲੇਕਿਨ ਆਪਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਨੁਕਸ ਕੱਢੀ ਜਾ ਰਹੇ। ਏਕੋ ਸੱਚਾ ਸੱਚ ਤੂੰ ਕੇਵਲ ਆਪ ਮੁਰਾਰੀ, ਇਹ ਉਸ ਦੀ ਉਸਤਤ ਦਾ ਇੱਕ ਸ਼ਬਦ ਹੈ ਕਿ ਸੱਚਾ ਕੇਵਲ ਇੱਕ ਤੂੰ ਹੈ, ਤੂੰ ਆਪ ਹੀ ਮੁਰਾਰੀ ਹੈ। ਭਾਵ ਤੂੰ ਆਪ ਹੀ ਇਸ ਸੰਸਾਰ ਨੂੰ ਚਲਾਉਣ ਵਾਲਾ, ਸੰਸਾਰ ਦਾ ਆਗੂ, ਔਰ ਤੇਰੇ ਤੋਂ ਇਲਾਵਾ ਕੋਈ ਹੋਰ ਨਹੀਂ, ਔਰ ਹੋਏਗਾ ਉਹੀ ਜੋ ਕਰਾਏਗਾ ਤੂੰ, ਜੋ ਕਰੇਗਾ ਤੇਰਾ ਹੁਕਮ। ਇਸ ਕਰਕੇ ਮੁਰਾਰੀ ਪ੍ਰਭੂ ਵਾਹਿਗੁਰੂ ਦਾ ਲਖਾਇਕ ਹੈ। ਗੁਰਮਤਿ ਜਾਣਿਆ ਹਿਰਦੇ ਮੁਰਾਰੀ। ਸਤਿਗੁਰ ਕਹਿੰਦੇ ਗੁਰਮਤਿ ਦੇ ਮੁਤਾਬਕ ਹਿਰਦੇ ਵਿੱਚ ਮੁਰਾਰੀ ਵਸਦਾ ਹੈ। ਤੋ ਮੁਰਾਰ ਉਸ ਅਕਾਲ ਪੁਰਖ ਦੇ ਨੂੰ ਸੰਬੋਧਨ ਸ਼ਬਦ ਹੈ, ਰਹਾਉ ਦੀ ਮੁਬਾਰਕ ਪੰਕਤੀ। ਹੁਣ ਇਹਨਾਂ ਸਾਰੀਆਂ ਗੱਲਾਂ ਨੂੰ ਮਨੁੱਖ ਇੱਕ ਭਾਵਨਾ ਦੇ ਨਾਲ ਅਪਣਾ ਸਕਦਾ, ਔਰ ਉਹ ਭਾਵਨਾ ਹੈ ਜਾਗਣ ਦੀ। ਜਾਗਤ ਰਹੇ ਤਿਨੀ ਪ੍ਰਭ ਪਾਇਆ ਸਬਦੈ ਹੋਮੈ ਮਾਰੀ। ਸ਼ਬਦ ਦੇ ਰਾਹੀਂ ਹੋਮੈ ਮਰੇਗੀ, ਸ਼ਬਦ ਦੇ ਰਾਹੀਂ ਹੀ ਗਿਆਨ ਹੋਏਗਾ, ਸ਼ਬਦ ਦੇ ਰਾਹੀਂ ਹੀ ਪ੍ਰਭੂ ਪਾਇਆ ਜਾਏਗਾ, ਸ਼ਬਦ ਦੇ ਰਾਹੀਂ ਹੀ ਜਾਗਿਆ ਜਾਏਗਾ। ਔਰ ਜਾਗਣ ਦੀ ਅਵਸਥਾ ਕਦੋਂ ਹੋਏਗੀ? ਗਿਰਹੀ ਮੈਂ ਰਹੇਗਾ ਮਨੁੱਖ ਸੰਸਾਰ ਵਿੱਚ। ਗਿਰਹੀ ਦਾ ਮਤਲਬ ਹੈ ਗ੍ਰਸਤ। ਗ੍ਰਸਤ ਦਾ ਮਤਲਬ ਹੈ ਸੰਸਾਰ ਦੇ ਵਿੱਚ ਰਹਿਣਾ, ਘਰ-ਬਾਰ ਛੱਡ ਕੇ ਨਹੀਂ ਜਾਣਾ। ਜਿਵੇਂ ਸਤਿਗੁਰੂ ਨੇ ਕਿਹਾ ਨਾ ਪਾਤਸ਼ਾਹ ਤੀਜੇ ਨੇ ਕਿ ਇਹ ਮਨ ਗਿਰਹੀ ਕਿ ਇਹ ਮਨ ਉਦਾਸੀ। ਮਨ ਗਿਰਹੀ ਹੈ, ਮਨ ਗ੍ਰਸਤੀ ਹੈ, ਮਨ ਉਦਾਸੀ ਹੈ। ਦੇਖਣਾ ਇਹ ਲੋਕ ਘਰ-ਬਾਰ ਛੱਡ ਜਾਂਦੇ ਸਨ, ਕਿਉਂਕਿ ਸਤਿਗੁਰੂ ਨੇ ਜਿਹੜੇ ਜ਼ਿਕਰ ਕੀਤਾ ਨਾ ਉਦਾਸੀ ਦਾ, ਸਤਿਗੁਰ ਸੇਵ ਸਦਾ ਸੁਖ ਪਾਇਆ, ਹਰ ਰਿਹਾ ਉਰ ਧਾਰੀ। ਇਹ ਮਨੁਆ ਦੇ ਦਿਸ ਧਾਮਦਾ ਦੂਜੇ ਪਾਏ ਖੁਆਇਆ। ਮਨਮੁਖ ਮੁਗਧ ਹਰ ਨਾਮ ਨ ਚੇਤੇ, ਬਿਰਤਾ ਜਨਮ ਗਵਾਇਆ। ਹੁਣ ਸਤਿਗੁਰੂ ਜੀ ਇੱਥੇ ਜ਼ਿਕਰ ਕਰਦੇ ਨੇ ਉਸ ਉਦਾਸੀ ਦਾ। ਕਿਹੜੀ ਉਦਾਸੀ? ਜਾਗਤ ਰਹੇ ਤਿਨੀ ਪ੍ਰਭ ਪਾਇਆ ਸਬਦੈ ਹੋਮੈ ਮਾਰੀ। ਗਿਰਹੀ ਮੇਂ ਸਦਾ ਹਰ ਜਨ ਉਦਾਸੀ, ਗਿਆਨ ਤਤ ਵਿਚਾਰੀ। ਗਿਰਹੀ ਗਿਰਸਤ ਦੇ ਵਿੱਚ, ਤੇ ਉਦਾਸੀ ਕੀ ਹੈ? ਉਦਾਸ ਇੱਕ ਸ਼ਬਦ ਹੈ ਜਦੋਂ ਮਨੁੱਖ ਸੰਸਾਰ ਤੋਂ ਉਪਰਾਮ ਹੋ ਜਾਂਦਾ ਹੈ। ਉਪਰਾਮਤਾ ਜਿਹਨੂੰ ਆਪਾਂ ਕਹਿੰਦੇ ਹਾਂ, ਨਿਰਾਸ਼ ਹੋ ਜਾਂਦਾ ਹੈ। ਲੇਕਿਨ ਜਿਹੜੇ ਘਰੋਂ ਬਾਹਰ ਘਰ ਛੱਡ ਕੇ ਜਾਂਦੇ ਸਨ ਨਾ, ਉਦਾਸੀ ਹੋ ਕੇ ਜਾਂਦੇ ਸਨ, ਉਹ ਕਿਸ ਗੱਲੋਂ ਨਿਰਾਸ਼ ਹੋ ਗਏ ਸਨ? ਉਹ ਆਪਣੀਆਂ ਰਿਸ਼ਤੇਦਾਰੀਆਂ ਤੋਂ, ਆਪਣੇ ਆਸ-ਪਾਸ ਦੇ ਆਲੇ ਦੁਆਲੇ ਤੋਂ ਨਿਰਾਸ਼ ਹੋ ਗਏ ਸਨ ਕਿ ਹੋਰ ਕੋਈ ਸਾਡਾ ਕੰਮ ਨਹੀਂ ਕਰ ਸਕਦਾ, ਪਰਮਾਤਮਾ ਕਰ ਸਕਦਾ। ਗੱਲ ਉਹਨਾਂ ਨੂੰ ਜਿਹੜੀ ਸਮਝ ਲੱਗੀ ਸੀ ਉਹ ਠੀਕ ਲੱਗੀ ਸੀ, ਲੇਕਿਨ ਰਸਤਾ ਠੀਕ ਨਹੀਂ ਸੀ, ਤਰੀਕਾ ਠੀਕ ਨਹੀਂ ਸੀ। ਇਸ ਕਰਕੇ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਕਿਸੇ ਨੇ ਕੋਈ ਵੇਸ ਬਣਾ ਲਿਆ ਉਦਾਸੀ ਦਾ, ਔਰ ਘਰ-ਬਾਰ ਛੱਡ ਕੇ ਚਲੇ ਗਏ। ਤੇ ਸਤਿਗੁਰ ਨੇ ਵੀ ਉਦਾਸੀਆਂ ਕੀਤੀਆਂ ਨੇ, ਘਰ-ਬਾਰ ਵੀ ਛੱਡ ਕੇ ਗਏ ਨੇ, ਲੇਕਿਨ ਬਾਹਰ ਛੱਡਣ ਤੋਂ ਬਾਅਦ ਫਿਰ ਵਾਪਸ ਆਏ ਨੇ। ਭਾਵ ਅਲਟੀਮੇਟਲੀ ਘਰ ਛੱਡਣਾ ਨਹੀਂ ਹੈ। ਉਹ ਉਦਾਸੀ ਘਰ ਛੱਡੇ ਜਾਣ ਦਾ ਪ੍ਰਤੀਕ ਨਹੀਂ, ਬਲਕਿ
घर दे विच बार-बार बाहर जाके अंदर आउण दा प्रतीक है। इस करके सतगुਰਾਂ ने अपनी जिंदगी के आखिरी वरे अपने घर विच ही गुजारे ने ताकि लोगों को पता लग सके कि गृहस्थी का जीवन घर दे विच ही उदास होना है, ना कि बाहर चढ़ जाना। इस करके उपराम नहीं होना संसार तो। लेकिन सतगुਰਾਂ जी के जिहड़े अपने ही बेटे सन उन्होंने उदासी धर्म ही चला दिता किवें करनी, तो उन्होंने जिहड़े चेले सन अगों उन्होंने अपने आप को उदासी कहना शुरू कर दिता। ये हुण एक बहुत वड्डी गाथा है। बाबा श्री चंद जी तो चलिया एक पंथ है जो गुरु नानक देव महाराज जी के वड्डे सुपुत्र सन, और बाबा गुरदित्ता जी इन्हां दे पहले चेले भी बने, अगे इन्हां दे फिर सेवक भी होए, और उन्होंने उदासी भी कहा गया। अज भी उन्हां दी परंपरा है जिहड़े किसी वक्त साबित सूरत सरना जो जटावां रख के यानी कि काम बिगड़दा जा रहा है। तो जिहड़ी उदासी दी सतगुर ने सानू परिभाषा दसी सी वो आपां नहीं समझ सके। सतगुर सेव सदा सुख पाया हर रखिया उर धारी। हुण सतगुर कहंदे मन की जिहड़ी मनोदशा ने ये मनुआ दै दिस धावदा, लेकिन होएगा कि पाए खुआया दूजे पाए खुआया दूजे दे पिछे दसां दिसां पिछे भजन वाला खुआर करेगा अपने आप नूं। ऐसा मनुख मनमुख है मनमुख मुग्ध हर नाम न चेते बिरथा जन्म गवाया। तो फिर पातशाह फैसला की देंदे ने, सतगुर कहंदे हर जन साचे साच कमावे गुर के शब्द विचारी। गल गुरु दे शब्द दी विचार दी है, आपे मेल लए प्रभ साचे साच रखिया उर तारी। नानक नामहु गीत मत पाई पाई ए हरा समारी। बहुत बहुत धन्यवाद। सतगुर जी कहंदे ने कि अकाल पुरख दा नाम ही साडा सरमाया है और उस दे नाल ही आपां जुड़ना है। होइयां पुलां दी खेमा। अज जुलाई महीने दी 20 तरीक है और 20 जुलाई वाले दिन जो साडे इतिहास दे नाल वापरिया। अज दे दिन भाव 20 जुलाई 1935 वाले दिन जिहड़ा शहीदगंज गुरुद्वारा है लाहौर साहब विखे उस नूं मुसलमानां ने अपने कंट्रोल दे अधीन ले लिया सी। अज दे दिन भाव 20 जुलाई 1950 वाले दिन उस वक्त दी श्रोमणी गुरुद्वारा प्रबंधक किमा करनी श्रोमणी अकाली दल ने इस गल नूं नोट कीता सी कि हर पासों सिखां दे नाल ज़्यादतियां हो रहीआं ने। 26 नवंबर 1949 नूं जिहड़ा हिंदुस्तान दा नवां संविधान बनाया गया सी, जिस नूं 26 जनवरी 1950 नूं लागू कीता गया सी, उस दे विच सिखां दी वखरी नुमाइंदगी दा हक तां की देना, सिखां नूं वखरी कौम भी मनण तो इनकार कर दिता गया सी। और ये लिख दिता गया सी कि जिवें जैन बौद्ध ही हिंदू धर्म का हिस्सा ने, इस तरह सिख भी हिंदू धर्म का ही हिस्सा ने। इस गल दे लई उस वक्त सिंह साहब ज्ञानी भुपिंदर सिंह किवें करनी भुपिंदर सिंह मान अते सरदार हुकम सिंह हुणां ने विरोध कीता सी अते इस संविधान दे उत्ते दस्तखत करन तो इनकार कर दिता सी। उन्होंने कहा सी असीं इस दे उपर दस्तखत नहीं करांगे। इस करके उस संविधान उपर किसी भी सिख दे दस्तखत नहीं होए, पर बगैर सिखां दे दस्तखतां दे उपास कर दिता गया भारत दा संविधान, जिस दे विच आज़ादी तो पहला वादे किए गए सन कि सिखां नूं आज़ाद किता दिता जाएगा, आज़ादी का निग दिता जाएगा। इस दे ठीक उलट पंजाब के गवर्नर चंदू लाल त्रिवेदी दे नाल मिल के उस वक्त के जिहड़े गृह मंत्री सन वल्लभ भाई पटेल, उन्होंने 10 अक्तूबर 1947 नूं बकायदा एक सर्कुलर जारी किया जिहड़ा कि सिखां दे लई एक बहुत वड्डी चुनौती सी कि सिख जराइम पेशा कौम ने। उस वक्त सरदार कपूर सिंह साहब डीसी सन, उन्हां दे ध्यान गोचरे ये आया। उन्होंने इस नूं तारा सिंह मास्टर तारा सिंह साहब जी नूं दिखाया। उन्होंने 20 फरवरी 1949 नूं दिल्ली विखे बकायदा एक कॉन्फ्रेंस कीते जाने का फैसला किया। सरकार ने इस कॉन्फ्रेंस के आयोजन पर भी पाबंदी लगा दी। मास्टर तारा सिंह नूं दिल्ली के बाहर ही गिरफ्तार कर लिया गया। तो इस किस्म दी ज्यादतियां जदों अपनी हद पार कर गईयां तां श्रोमणी अकाली दल ने अज के दिन भाव 20 जुलाई 1950 नूं एक मता पास किया, जिस दे विच जिन्ने भी अकाली MLA सन, जिन्ने भी अकाली उस वक्त MP सन, उन्हां नूं यह कहा गया कि वो कांग्रेस पार्टी तो बाहर आ जाण। तो अज के दिन ये फैसला होया सी। जिवें कल दे इतिहास दे विच मैं आप जी नूं दस्सिया सी कि 19 जुलाई 1960 दे विच एक सर्कुलर जारी किया गया सी उस वक्त दे पंजाब दे गवर्नर वालों के जिहड़ा पंजाबी सूबे दे मोर्चे लगाण वाले दी मदद करेगा उस नूं भी सज़ा दित्ती जाएगी, जिहड़ा अपने नाम दे नाल अपने पिता दे नाम दे नाल गुरु गोबिंद सिंह महाराज जी का नाम लिखेगा या फिर अपने आप नूं आनंदपुर दा वासी कहेगा, उस नूं भी असिधे तौर पर उहदे विच लिख दिता गया सी कि सज़ा दित्ती जाएगी।
ਇਹ ਸਰਕੂਲਰ ਜਿਸ ਵਕਤ ਨਿਕਲਿਆ ਸੀ ਤਾਂ ਉਸ ਵਕਤ ਗੁਰਸਿੱਖਾਂ ਨੇ ਔਰ ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਖਾਸਾ ਵਿਰੋਧ ਕੀਤਾ ਸੀ ਔਰ ਇਸ ਆਰਡੀਨੈਂਸ ਦੀ ਨਿੰਦਾ ਕੀਤੀ ਸੀ। ਇਸ ਆਰਡੀਨੈਂਸ ਦੇ ਜਵਾਬ ਵਜੋਂ ਜਿਹੜਾ ਕੱਲ੍ਹ ਜਾਰੀ ਹੋਇਆ ਸੀ, ਅੱਜ 20 ਜੁਲਾਈ 1960 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਬਕਾਇਦਾ ਇਸ ਗੱਲ ਦਾ ਐਲਾਨ ਕੀਤਾ ਸੀ ਕਿ ਇਹ ਆਰਡੀਨੈਂਸ ਸਿੱਖਾਂ ਦੀ ਇੱਕ ਕਿਸਮ ਦੀ ਹੀਣਤਾ ਭਰਿਆ ਆਰਡੀਨੈਂਸ ਹੈ। ਇਸ ਕਰਕੇ ਹਰ ਉਹ ਅਕਾਲੀ ਵਰਕਰ ਜਿਹੜਾ ਪੰਜਾਬੀ ਸੂਬੇ ਦੇ ਵਿੱਚ ਆਪਣੀ ਗ੍ਰਿਫਤਾਰੀ ਦੇਵੇਗਾ, ਜਿਸ ਪਾਸੋਂ ਜਦੋਂ ਇਹ ਪੁੱਛਿਆ ਜਾਵੇਗਾ ਕਿ ਉਸ ਦਾ ਨਾਮ ਕੀ ਹੈ, ਉਹ ਆਪਣਾ ਨਾਮ ਦੱਸੇਗਾ। ਫਿਰ ਉਹਨੂੰ ਅਗਲੇ ਕਾਲਮ ਦੇ ਵਿੱਚ ਪੁੱਛਿਆ ਜਾਏਗਾ ਕਿ ਉਸ ਦੇ ਪਿਤਾ ਦਾ ਨਾਮ ਕੀ ਹੈ, ਤਾਂ ਉਹ ਆਪਣੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਸਾਹਿਬ ਭਰੇਗਾ। ਜਿਸ ਵਕਤ ਉਸ ਪਾਸੋਂ ਉਸ ਦੀ ਮਾਤਾ ਦਾ ਨਾਮ ਪੁੱਛਿਆ ਜਾਏਗਾ ਤਾਂ ਉਹ ਆਪਣੀ ਮਾਤਾ ਦਾ ਨਾਮ ਸਾਹਿਬ ਕੌਰ ਦੱਸੇਗਾ। ਜਿਸ ਵਕਤ ਉਹਦਾ ਐਡਰੈਸ ਪਤਾ ਪੁੱਛਿਆ ਜਾਏਗਾ ਕਿ ਉਹ ਰਹਿੰਦਾ ਕਿੱਥੇ ਹੈ, ਤਾਂ ਹਰ ਗੁਰਸਿੱਖ ਇਹ ਲਿਖਵਾਏਗਾ ਕਿ ਉਹ ਅਨੰਦਪੁਰ ਸਾਹਿਬ ਦਾ ਵਾਸੀ ਹੈ, ਕਿਉਂਕਿ ਜੋ ਅੰਮ੍ਰਿਤਧਾਰੀ ਗੁਰਸਿੱਖ ਹੈ, ਜਿਸ ਵਕਤ ਉਸ ਨੂੰ ਅੰਮ੍ਰਿਤ ਛਕਾਇਆ ਜਾਂਦਾ, ਉਸ ਨੂੰ ਅੰਮ੍ਰਿਤ ਛਕਾਉਣ ਵਕਤ ਇਹ ਹਦਾਇਤ ਕੀਤੀ ਜਾਂਦੀ ਹੈ ਕਿ ਅੱਜ ਤੋਂ ਤੇਰਾ ਦੁਨਿਆਵੀ ਬਾਪ ਜੋ ਵੀ ਹੋਵੇ, ਆਤਮਕ ਪੱਖੋਂ ਤੂੰ ਜਿਸ ਪੰਥ ਦੇ ਵਿੱਚ ਆਪਣੇ ਕਦਮ ਪਾ ਰਹੇ ਹੋ, ਉਸ ਪੰਥ ਦੀ ਅਗਵਾਈ ਕਰਨ ਵਾਲਾ ਪੰਥ ਦਾ ਬਾਪ, ਖਾਲਸਾ ਪੰਥ ਦਾ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਹਨ। ਇਸ ਕਰਕੇ ਜਦੋਂ ਵੀ ਤੂੰ ਆਪਣੇ ਪਿਤਾ ਦਾ ਨਾਮ ਦੱਸੇਗਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੱਸੇਗਾ ਔਰ ਆਪਣੇ ਆਪ ਨੂੰ ਅਨੰਦਪੁਰ ਸਾਹਿਬ ਦਾ ਵਾਸੀ ਦੱਸੇਗਾ। ਇਸ ਤਰ੍ਹਾਂ ਜਿਸ ਵਕਤ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਿਸਮ ਦਾ ਸਟੈਂਡ ਲਿਆ ਤਾਂ ਉਸ ਵਕਤ ਪੰਜਾਬ ਪ੍ਰਸ਼ਾਸਨ ਬੁਰੀ ਤਰ੍ਹਾਂ ਦੇ ਨਾਲ ਹਰਕਤ ਦੇ ਵਿੱਚ ਆ ਗਿਆ ਔਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਵੀ ਹੋਇਆ। ਇਸ ਦੇ ਨਾਲ ਹੀ ਇਸ ਆਰਡੀਨੈਂਸ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਜਿਹੜਾ ਮਾਲੀ ਮਦਦ ਕਰੇਗਾ ਪੰਜਾਬੀ ਸੂਬੇ ਦੇ ਮੋਰਚੇ ਲਾਉਣ ਵਾਲਿਆਂ ਦੀ, ਉਸ ਨੂੰ ਵੀ ਸਜ਼ਾ ਦਿੱਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਨੇ ਇਸ ਨੂੰ ਧਰਮ ਦੇ ਵਿੱਚ ਸਿੱਧੀ ਦਖਲਅੰਦਾਜ਼ੀ ਸਮਝਦਿਆਂ ਹੋਇਆਂ ਇਹ ਐਲਾਨ ਕੀਤਾ ਕਿ ਜਿਹੜਾ ਗੁਰਸਿੱਖ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੱਖ ਅਖਵਾਏਗਾ, ਉਹ ਭਾਵੇਂ 5 ਪੈਸੇ ਹੀ ਦੇਵੇਗਾ, ਪਰ ਇਸ ਮੋਰਚੇ ਦੇ ਫੰਡ ਦੇ ਵਿੱਚ 5 ਪੈਸੇ ਦੇ ਕੇ ਵੀ ਆਪਣਾ ਹਿੱਸਾ ਪਾਵੇਗਾ, ਤਾਂ ਕਿ ਅਸੀਂ ਵੀ ਦੇਖੀਏ ਕਿ ਕਿੰਨੇ ਕੁ ਬੰਦਿਆਂ ਨੂੰ ਗ੍ਰਿਫਤਾਰ ਕਰਦੇ ਨੇ। ਤੋ ਇਸ ਤਰੀਕੇ ਦੇ ਨਾਲ ਉਸ ਵਕਤ ਦੇ ਗੁਰਸਿੱਖ, ਅੱਜ ਦੇ ਤਾਂ ਸ਼੍ਰੋਮਣੀ ਅਕਾਲੀ ਦਲ ਵਾਲੇ ਹਿੰਦੂ ਵਿਰੋਧੀ, ਜਿਹੜੀਆਂ ਸਿੱਖ ਵਿਰੋਧੀ ਸ਼ਕਤੀਆਂ ਨੇ, ਹਿੰਦੂ ਸ਼ਕਤੀਆਂ, ਉਹਨਾਂ ਦੇ ਅਧੀਨ ਖੇਡ ਰਹੇ ਨੇ, ਲੇਕਿਨ ਉਸ ਵਕਤ ਦੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਕਿਸਮ ਦੇ ਐਲਾਨ ਕਰਨੇ ਇੱਕ ਚੜ੍ਹਦੀ ਕਲਾ ਦੇ ਪੈਗਾਮ ਸਨ, ਤਾਂ ਕਿ ਕੌਮ ਨੂੰ ਵੀ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਜਾ ਸਕੇ। ਲੇਕਿਨ ਵਕਤ ਜਿੱਦਾਂ ਬਦਲਦਾ ਜਾਂਦਾ, ਉਸ ਤਰ੍ਹਾਂ ਲੋਕ ਕਿਉਂਕਿ ਧਰਮ ਤੋਂ ਦੂਰ ਹੁੰਦੇ ਜਾ ਰਹੇ ਨੇ, ਇਸ ਕਰਕੇ ਅੱਜ ਧਰਮ ਦਾ ਕਿਤੇ ਵੀ ਨਾਮੋ ਨਿਸ਼ਾਨ ਨਹੀਂ ਹੈ। ਹਰ ਕੋਈ ਬਸ ਆਪੋ ਤਾਪੀ ਦੇ ਵਿੱਚ ਲੱਗਿਆ ਹੋਇਆ ਹੈ। ਤੋ ਇਹ ਸਨ ਅੱਜ ਦੇ ਇਤਿਹਾਸਕ ਦਿਹਾੜੇ, ਜਿਨ੍ਹਾਂ ਦਾ ਸੰਬੰਧ ਸਿੱਖ